ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦਾ ਤੁਸੀਂ ਸਾਰੇ ਵਧੀਆ ਅਤੇ ਠੀਕ ਠਾਕ ਹੋਵੋਗੇ ਅਤੇ ਤੁਹਾਡੇ ਆਪਣੇ ਐਗਜ਼ਾਮ ਦੀ ਤਿਆਰੀ ਵਧੀਆ ਜਾ ਰਹੀ ਹੋਏਗੀ, ਕਿਉਂਕਿ ਬਹੁਤ ਥੋੜਾ ਹੀ ਸਮਾਂ ਬਚਿਆ ਹੁਣ ਆਪਣੇ ਪੇਪਰ ਦੇ ਵਿੱਚ। ਅਤੇ ਜੋ ਆਪਣੀ ਤਿਆਰੀ ਹੈ ਜੀ, ਉਹਨੂੰ ਬਿਲਕੁਲ ਖਿੱਚ ਕੇ ਰੱਖੋ, ਬਿਲਕੁਲ ਰਿਵੀਜ਼ਨ ਕਰੋ ਜਿੰਨਾ ਸਿਲੇਬਸ ਹੁਣ ਤੱਕ ਹੋ ਚੁੱਕਿਆ। ਅਤੇ ਜੋ ਆਪਣਾ ਪੈਂਡਿੰਗ ਸਿਲੇਬਸ ਹੈ ਉਸਨੂੰ ਆਪਾਂ ਬਹੁਤ ਹੀ ਜਲਦ ਕੰਪਲੀਟ ਕਰਾਂਗੇ। 15 ਤੋਂ 20 ਤਰੀਕ ਦੇ ਤੱਕ ਜਿਹੜੇ ਵਿੱਚ ਜਿਹੜਾ ਤੁਹਾਡਾ ਸਿਲੇਬਸ ਹੈ, ਚਾਹੇ ਈਵੀਐਸ ਦਾ ਹੋਵੇ ਜਾਂ ਮੈਥ ਦਾ ਹੋਵੇ, ਅਪ ਟੂ 20 ਜਿਹੜਾ ਹੈਗਾ ਉਹ ਕੰਪਲੀਟ ਹੋ ਜਾਏਗਾ। ਕਿਉਂਕਿ ਨਾਲ ਦੀ ਨਾਲ ਅਸੀਂ ਥੋੜਾ ਜਿਹਾ ਸਮਾਂ ਵੱਧ ਲੱਗ ਰਿਹਾ, ਕਿਉਂਕਿ ਨਾਲ ਦੀ ਨਾਲ ਅਸੀਂ ਈਵੀਐਸ ਦੀ ਪੈਡਾਗੋਜੀ ਜਾਂ ਇਸ ਤੋਂ ਬਾਅਦ ਮੈਥ ਦੀ ਪੈਡਾਗੋਜੀ ਵੀ ਨਾਲ ਨਾਲ ਕੰਪਲੀਟ ਕਰਾਂਗੇ। ਸੋ ਬਹੁਤ ਜਲਦ ਜਿਹੜਾ ਤੁਹਾਡਾ ਸਿਲੇਬਸ ਮੈਂ ਕਵਰ ਅਪ ਕਰਨ ਦੀ ਕੋਸ਼ਿਸ਼ ਕਰੂੰਗਾ, ਐਂਡ ਨੰਬਰ ਆਫ ਵੀਡੀਓਜ਼ ਪਰ ਡੇ ਜਿਹੜੀਆਂ ਹੈਗੀਆਂ ਨੇ ਉਹ ਵੀ ਜ਼ਿਆਦਾ ਹੋ ਜਾਣਗੀਆਂ ਇੱਕ ਦੋ ਦਿਨ ਤੋਂ ਬਾਅਦ। ਸੋ ਅੱਜ ਦੀ ਅਸੀਂ ਕਲਾਸ ਦੇ ਵਿੱਚ ਮੈਥਮੈਟਿਕਸ ਵਾਲੇ ਪੋਰਸ਼ਨ ਨੂੰ ਵੀ ਕੰਟੀਨਿਊ ਕਰਾਂਗੇ। ਸੋ ਇਸ ਲੜੀ ਦੇ ਤਹਿਤ ਜੀ ਆਪਣਾ ਅੱਜ ਦਾ ਇਹ ਜੋ ਹੈ ਉਹ 17ਵਾਂ ਪਾਰਟ ਹੈ ਮੈਥਮੈਟਿਕਸ ਦਾ। ਇਸ ਤੋਂ ਪਹਿਲਾਂ ਅਸੀਂ 16 ਪਾਰਟ ਕਵਰ ਕਰ ਚੁੱਕੇ ਹਾਂ। ਹਾਲਾਂਕਿ ਮੈਥ ਦੀ ਜੋ ਪੈਡਾਗੋਜੀ ਹੈ ਉਹ ਅਸੀਂ ਹਾਲੇ ਤੱਕ ਅਸੀਂ ਸਟਾਰਟ ਨਹੀਂ ਕੀਤੀ, ਬਹੁਤ ਜਲਦੀ ਉਹ ਵੀ ਸਟਾਰਟ ਕਰਾਂਗੇ, ਕਿਉਂਕਿ ਥੋੜੀਆਂ ਹੀ ਵੀਡੀਓਜ਼ ਦੇ ਵਿੱਚ ਉਹ ਕਵਰ ਹੋ ਜੂਗੀ, 4 ਤੋਂ 5 ਵੀਡੀਓਜ਼ ਦੇ ਵਿੱਚ। ਤਾਂ ਜੋ ਆਪਣੀ ਮੇਨ ਜੋ ਟੌਪਿਕ ਵਾਈਜ਼ ਸਿਲੇਬਸ ਹੈ ਉਹਦੇ ਅਕੋਰਡਿੰਗ ਆਪਣਾ ਇਹ 17ਵਾਂ ਪਾਰਟ ਹੈ। ਇਸ ਤੋਂ ਪਹਿਲਾਂ ਅਸੀਂ 16 ਪਾਰਟ ਜਿਹੜੇ ਹੈਗੇ ਉਹ ਕਰ ਚੁੱਕੇ ਹਾਂ। ਅਗਰ ਤੁਸੀਂ ਉਹ ਵਾਲੇ ਪਾਰਟ ਨਹੀਂ ਦੇਖੇ ਤਾਂ ਉੱਪਰ ਆਈ ਬਟਨ ਤੇ ਪਲੇਲਿਸਟ ਹੈ, ਜਾ ਕੇ ਲੋ ਵੀਡੀਓਜ਼ ਦਾ ਲਿੰਕ ਆ ਰਿਹਾ ਹੋਣਾ, ਉਹ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ। ਇਸ ਤੋਂ ਇਲਾਵਾ ਇਸ ਚੈਨਲ ਦੇ ਉੱਪਰ CDP ਕੰਪਲੀਟ ਕੋਰਸ ਹੋ ਚੁੱਕਾ ਹੈ, ਇੰਗਲਿਸ਼ ਪੈਡਾਗੋਜੀ ਦਾ ਕੰਪਲੀਟ ਕੋਰਸ ਹੋ ਚੁੱਕਿਆ ਹੈ। ਅਤੇ ਨਾਲ ਦੀ ਨਾਲ ਮੈਥਮੈਟਿਕਸ ਕਹਿਣ ਦਾ ਮਤਲਬ ਬਹੁਤ ਸਾਰਾ ਪੋਰਸ਼ਨ ਸਟੱਡੀ ਨਾਲ ਰਿਲੇਟਡ, PS ਟੈਟ CTET ਵਗੈਰਾ ਨਾਲ ਰਿਲੇਟਡ ਬਿਲਕੁਲ ਫ੍ਰੀ ਆਫ ਕਾਸਟ ਇਸ ਚੈਨਲ ਤੇ ਪ੍ਰੋਵਾਈਡ ਕੀਤਾ ਜਾ ਰਿਹਾ। ਉਹਨਾਂ ਦੇ ਵਿੱਚੋਂ ਵੀ ਕੁਝ ਵੀਡੀਓਜ਼ ਜਿਵੇਂ CDP ਵਗੈਰਾ ਦਾ ਮੈਂ ਲਿੰਕ ਉੱਪਰ ਆਈ ਬਟਨ ਤੇ ਦੇ ਦਿਆਂਗਾ, ਜਾਂ ਤੁਸੀਂ ਖੁਦ ਚੈਨਲ ਤੇ ਜਾ ਕੇ ਜਦੋਂ ਜਾਓਗੇ ਤਾਂ ਪਲੇਲਿਸਟ ਬਣੀ ਹੋਈ ਹੈ ਅਲੱਗ-ਅਲੱਗ ਜੋ ਹੈਗਾ ਸਬਜੈਕਟ ਦੇ ਅਕੋਰਡਿੰਗ, ਤਾਂ ਉਹ ਵੀ ਤੁਸੀਂ ਦੇਖ ਸਕਦੇ ਹੋ। ਸੋ ਮੈਥਮੈਟਿਕਸ ਅੱਜ ਬੜਾ ਹੀ ਇੰਪੋਰਟੈਂਟ ਪੋਰਸ਼ਨ ਆਪਾਂ ਕਵਰ ਕਰਨ ਜਾ ਰਹੇ ਹਾਂ, ਜਿਸ ਨੂੰ ਅਸੀਂ ਬੋਲਦੇ ਹਾਂ ਪਰਿਮਾਪ ਅਤੇ ਖੇਤਰਫਲ। ਠੀਕ ਹੈ, ਥੋੜਾ ਲੈਂਥੀ ਇਹ ਟੌਪਿਕ ਰਹੂਗਾ। ਹਾਲਾਂਕਿ ਇਸ ਵੀਡੀਓ ਦੇ ਵਿੱਚ ਅਸੀਂ ਇਹਦੇ ਕੁਝ ਪਾਰਟ ਹੀ ਡਿਸਕਸ ਕਰਾਂਗੇ, ਪਰਿਮਾਪ ਅਤੇ ਖੇਤਰਫਲ। ਠੀਕ ਹੈ, ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਮੈਂ ਉੱਪਰ ਹੈਡਿੰਗ ਇੱਕ ਵਾਰ ਲਿਖ ਦਿੰਨਾਗਾ। ਸੋ ਪਰਿਮਾਪ ਅਤੇ ਖੇਤਰਫਲ। ਪਰਿਮਾਪ ਨੂੰ ਅਸੀਂ ਬੋਲਦੇ ਹਾਂ ਜੀ ਪੈਰੀਮੀਟਰ। ਠੀਕ ਹੈ, ਚੀਜ਼ਾਂ ਨੋਟ ਕਰ ਲਓ ਜੋ ਇੰਗਲਿਸ਼ ਵਾਲੇ ਸਟੂਡੈਂਟ ਨੇ। ਪੈਰੀਮੀਟਰ ਐਂਡ ਖੇਤਰਫਲ ਨੂੰ ਅਸੀਂ ਬੋਲਦੇ ਹਾਂ ਏਰੀਆ। ਪੈਰੀਮੀਟਰ ਐਂਡ ਏਰੀਆ। ਸੋ ਤੁਸੀਂ ਇਦਾਂ ਵੀ ਇਹਨੂੰ ਲਿਖ ਸਕਦੇ ਹੋ। ਸੋ ਇਸ ਦੇ ਵਿੱਚ ਵੱਖ-ਵੱਖ ਆਕ੍ਰਿਤੀਆਂ ਹੁੰਦੀਆਂ, ਜਾਂ ਕਹ ਲਓ ਵੱਖ-ਵੱਖ ਸ਼ੇਪਸ ਹੁੰਦੀਆਂ, ਜਿਨ੍ਹਾਂ ਨੂੰ ਅਸੀਂ ਬਹੁਤ ਛੋਟੀਆਂ ਕਲਾਸਾਂ ਤੋਂ ਪੜ੍ਹਿਆ ਹੁੰਦਾ ਜਾਂ ਬੱਚਿਆਂ ਨੂੰ ਪੜ੍ਹਾਇਆ ਵੀ ਹੁੰਦਾ ਹੈਗਾ। ਜਿਸ ਤਰੀਕੇ ਨਾਲ ਸਕੁਅਰ ਹੋ ਗਿਆ ਜੀ। ਸੋ ਸਭ ਤੋਂ ਪਹਿਲੀ ਜੋ ਸ਼ੇਪ ਮੈਂ ਲਈ ਹੈ ਇੱਥੇ, ਉਹ ਕਾਦੀ ਲਈ ਹੈ ਜੀ? ਸਕੁਅਰ ਲਈ ਹੈ, ਵਰਗ ਲਿਆ ਗਾ। ਸੋ ਵਰਗ ਦੀ ਸ਼ੇਪ ਕੁਝ ਇਦਾਂ ਦੀ ਹੋਏਗੀ ਜਿਵੇਂ ਕਿ ਤੁਸੀਂ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ। ਸੋ ਇਦਾਂ ਦੀ ਆਕ੍ਰਿਤੀ ਜਿਵੇਂ ਤ੍ਰਿਭੁਜ ਹੋ ਗਈ, ਆਇਤ ਹੋ ਗਿਆ, ਵਰਗ ਹੋ ਗਿਆ, ਚੱਕਰ ਹੋ ਗਿਆ। ਸੋ ਬਹੁਤ ਸਾਰੀਆਂ ਚੀਜ਼ਾਂ ਨੇ, ਉਹਨਾਂ ਬਾਰੇ ਤੁਹਾਨੂੰ ਉਹਨਾਂ ਦਾ ਪੈਰੀਮੀਟਰ ਕਿਵੇਂ ਕੱਢਣਾ, ਉਹਨਾਂ ਦਾ ਏਰੀਆ ਕਿਵੇਂ ਕੱਢਣਾ, ਉਹ ਤੁਹਾਨੂੰ ਪਤਾ ਹੋਣਾ ਚਾਹੀਦਾ। ਫੋਰ ਐਗਜ਼ਾਮਪਲ ਪਹਿਲਾ ਪਰਿਮਾਪ ਅਤੇ ਖੇਤਰਫਲ ਮੈਂ ਮੋਟਾ-ਮੋਟਾ ਸਮਝਾ ਦਿੰਨਾ ਕਿ ਜਿਵੇਂ ਮੰਨ ਲਓ ਤੁਸੀਂ ਕਿਸੇ ਅਗਰ ਰੂਮ ਦੇ ਵਿੱਚ ਬੈਠੇ ਹੋ, ਤਾਂ ਉਹਦੇ ਆਲੇ ਦੁਆਲੇ ਜੋ ਵਾਲਸ ਨੇ, ਜੋ ਕੰਧਾਂ ਨੇ, ਹਨਾ, ਉਹਨਾਂ ਦੀ ਲੰਬਾਈ ਵਗੈਰਾ ਕਿੰਨੀ ਹੈ, ਚੌੜਾਈ ਕਿੰਨੀ ਹੈ, ਉਹਨਾਂ ਸਭ ਨੂੰ ਮਾਪ ਲਓ। ਠੀਕ ਹੈ, ਉਹੀ ਪਰਿਮਾਪ ਹੋ ਜਾਊਗਾ। ਤਾਂ ਕਰਕੇ ਪਰਿਮਾਪ ਦਾ ਮਤਲਬ ਘੇਰਾ, ਕਿ ਆਲਾ ਦੁਆਲਾ ਕਿੰਨਾ ਗਾ। ਠੀਕ ਹੈ ਜੀ। ਉਸ ਤੋਂ ਬਾਅਦ ਉਸ ਰੂਮ ਦੇ ਵਿੱਚ ਜਿੰਨੀ ਜਗ੍ਹਾ ਹੈਗੀ ਹੈ, ਜਿਵੇਂ ਸਕੁਅਰ ਹੈਗਾ, ਵਰਗ ਹੈ, ਤਾਂ ਦੇਖੋ ਇਹਦੀਆਂ 4 ਭੁਜਾਵਾਂ ਨੇ। ਸਕੁਅਰ ਦੀਆਂ 4 ਭੁਜਾਵਾਂ ਹੁੰਦੀਆਂ ਨੇ, 4 ਸਾਈਡ ਹੁੰਦੀਆਂ ਨੇ। ਤਾਂ ਚਾਰੋਂ ਸਾਈਡ ਦਾ ਜੋ ਹੈਗੀ ਆ ਲੈਂਥ, ਉਹਨੂੰ ਮੈਂ ਜੋੜ ਦੂੰਗਾ ਤਾਂ ਮੇਰਾ ਕੀ ਨਿਕਲ ਜੂਗਾ? ਪਰਿਮਾਪ। ਅਤੇ ਪਰਿਮਾਪ ਦਾ ਦੂਜਾ ਨਾਮ ਕੀ ਹੁੰਦਾ? ਘੇਰਾ। ਇਹ ਵੀ ਤੁਸੀਂ ਯਾਦ ਰੱਖਣਾ, ਖਾਸ ਕਰਕੇ ਪੰਜਾਬੀ ਵਾਲੇ ਸਟੂਡੈਂਟਸ ਨੇ। ਇੰਗਲਿਸ਼ ਦੇ ਵਿੱਚ ਅਸੀਂ ਇਹਨੂੰ ਬੋਲਦੇ ਹਾਂ ਪੈਰੀਮੀਟਰ। ਸੋ ਸਕੁਅਰ ਦਾ ਪੈਰੀਮੀਟਰ ਕਿਵੇਂ ਨਿਕਲੂਗਾ? ਇਹ ਮੇਰੇ ਕੋਲ ਇੱਕ ਸਕੁਅਰ ਬਣਿਆ ਹੋਇਆ ਤੇ ਇਸ ਦੀ ਹਰ ਇੱਕ ਸਾਈਡ ਦੀ ਜੋ ਲੰਬਾਈ ਹੈ ਉਹ ਮੈਂ ਜਨਰਲ ਲਿਖੀ ਹੋਈ ਹੈ, ਕਿੰਨੀ ਹੈ? A ਸੈਂਟੀਮੀਟਰ। ਮੰਨ ਲਓ ਸਪੋਜ਼ ਕਰ ਲਓ A ਸੈਂਟੀਮੀਟਰ ਹੈ, ਤਾਂ ਜਦੋਂ ਮੈਂ ਇਹਦਾ ਪਰਿਮਾਪ ਕੱਢਣਾਗਾ, ਮੈਂ ਸਾਰੀਆਂ ਜੋ A ਨੂੰ 4 ਵਾਰ ਜੋੜ ਦੂੰਗਾ ਤਾਂ ਕਿੰਨਾ ਆ ਜਾਊਗਾ ਜੀ? 4A ਆ ਜਾਊਗਾ। ਜਾਂ ਤੁਸੀਂ ਇਦਾਂ ਵੀ ਲਿਖ ਸਕਦੇ ਹੋ 4 ਗੁਣਾ ਭੁਜਾ, 4 ਗੁਣਾ ਸਾਈਡ, ਕਿਉਂਕਿ ਸਾਰੀਆਂ ਭੁਜਾਵਾਂ ਬਰਾਬਰ ਹੁੰਦੀਆਂ ਨੇ, ਤਾਂ ਕਰਕੇ ਕਿਸੇ ਵੀ ਭੁਜਾ ਨੂੰ 4 ਨਾਲ ਗੁਣਾ ਕਰ ਦਿਓ ਤਾਂ ਕੀ ਆ ਜਾਏਗਾ? ਉਹਦਾ ਪੈਰੀਮੀਟਰ। ਇਸ ਤੋਂ ਇਲਾਵਾ ਖੇਤਰਫਲ। ਖੇਤਰਫਲ ਦਾ ਮਤਲਬ ਕਿਹਦੇ ਆ ਵਿੱਚ ਜਗ੍ਹਾ ਕਿੰਨੀ ਹੈ, ਹਨਾ, ਵਿੱਚ ਏਰੀਆ ਕਿੰਨਾ ਗਾ ਆਲਾ, ਹਨਾ, ਉਹ ਸਾਡਾ ਖੇਤਰਫਲ ਨਾਲ ਰਿਲੇਟ ਕਰਦਾ ਟੌਪਿਕ। ਹਾਲਾਂਕਿ ਆਪਾਂ ਜ਼ਿਆਦਾ ਡੀਪ 'ਚ ਨਹੀਂ ਜਾਵਾਂਗੇ। ਸੋ ਖੇਤਰਫਲ ਕੱਢਣ ਦਾ ਫਾਰਮੂਲਾ ਇੱਥੇ ਲਿਖਿਆ ਹੋਇਆ, ਦੇਖੋ, A ਗੁਣਾ A। A ਕੀ ਹੈ? ਉਹਦੀ ਭੁਜਾ। ਠੀਕ ਹੈ, ਸਾਈਡ ਹੈ। ਸੋ ਇਹਦਾ ਮਤਲਬ ਖੇਤਰਫਲ ਦਾ ਫਾਰਮੂਲਾ ਹੋ ਗਿਆ ਜੀ ਮੇਰਾ ਭੁਜਾ ਗੁਣਾ ਭੁਜਾ। ਠੀਕ ਹੈ, ਤੁਹਾਨੂੰ ਹੋ ਸਕਦਾ ਦੇਖੋ ਦੇਖਣ ਦੇ ਵਿੱਚ ਬੜਾ ਸਿੰਪਲ ਲੱਗ ਰਿਹਾ ਹੋਵੇ, ਪਰ ਇਸ ਤੋਂ ਬਾਅਦ ਥੋੜਾ ਜਿਹਾ ਟੌਪਿਕ ਨੂੰ ਸਮਝਾਉਣ ਤੋਂ ਬਾਅਦ ਮੈਂ ਪ੍ਰੀਵੀਅਸ ਈਅਰ ਜਿੰਨੇ ਵੀ MCQ ਆਪਣੇ ਆਏ ਨੇ ਉਹ ਸਾਰੇ ਲੈਣ ਦੀ ਕੋਸ਼ਿਸ਼ ਕੀਤੀ ਹੈ। ਐਂਡ ਯਕੀਨ ਮੰਨਿਓ, ਉਹ ਇੰਨੇ ਸੌਖੇ ਨਹੀਂ ਹੈਗੇ ਜਿੰਨਾ ਸੌਖਾ ਸ਼ਾਇਦ ਤੁਹਾਨੂੰ ਹੁਣ ਸੁਣ ਕੇ ਲੱਗ ਰਿਹਾ ਹੈਗਾ।
ਸੋ ਪਹਿਲੀਆਂ 2-3 ਸਲਾਈਡ ਦੇ ਵਿੱਚ ਕੋਸ਼ਿਸ਼ ਕਰਿਓ ਕਿ ਆਪਣਾ ਜੋ ਕਨਸੈਪਟ ਹੈ ਉਹਨੂੰ ਕਲੀਅਰ ਕਰੋ, ਤਾਂ ਕਿ ਜੋ ਬਾਅਦ ਵਾਲੇ ਆਪਾਂ MCQ ਪ੍ਰੀਵੀਅਸ ਈਅਰ ਐਗਜ਼ਾਮ ਦੇ ਲਾਵਾਂਗੇ ਤਾਂ ਤੁਹਾਨੂੰ ਉਹ ਤੁਸੀਂ ਖੁਦ ਕੈਪੇਬਲ ਹੋਵੋ ਸੋਲਵ ਕਰਨ ਲਈ। ਸੋ ਆਪਾਂ ਇੱਕ ਜਨਰਲ ਐਗਜ਼ਾਮਪਲ ਮੰਨਦੇ ਹਾਂ, ਠੀਕ ਹੈ। ਲੈਟ ਅਸ ਸਪੋਜ਼ ਕਿ ਮੇਰੇ ਕੋਲ ਕੋਈ ਸਕੁਅਰ ਹੈ ਤੇ ਮੈਂ ਛੋਟਾ ਜਿਹਾ ਸਕੁਅਰ ਬਣਾ ਲੈਣਾ। ਇਹਦੀ ਹਰ ਇੱਕ ਭੁਜਾ ਕਿੰਨੀ ਹੈ ਜੀ 5, ਕਿਉਂਕਿ ਸਾਰੀਆਂ ਭੁਜਾਵਾਂ ਬਰਾਬਰ ਹੁੰਦੀਆਂ ਤਾਂ ਕਰਕੇ 5-5 ਸੈਂਟੀਮੀਟਰ ਹੈ। ਹੁਣ ਅਗਰ ਮੈਂ ਕੱਢਣਾ ਹੋਵੇ ਕਿ ਇਹਦਾ ਪਰਿਮਾਪ ਕਿੰਨਾ ਗਾ, ਅਗਰ ਮੈਂ ਕੱਢਣਾ ਹੋਵੇ ਇਹਦਾ ਪਰਿਮਾਪ ਕਿੰਨਾ ਗਾ, ਤਾਂ ਤੁਸੀਂ 5 ਨੂੰ ਆਪਸ ਦੇ ਵਿੱਚ ਜੋੜ ਦੋਗੇ ਕਿੰਨੇ ਵਾਰ, 4 ਵਾਰ। ਅਗਰ ਤੁਸੀਂ ਇਦਾਂ ਜੋੜੋਗੇ ਤਾਂ ਕਿੰਨਾ ਬਣ ਜੂਗਾ ਜੀ 5 5 10 15 20, ਕਿੰਨਾ ਬਣ ਜੂਗਾ ਇਹਦਾ ਪਰਿਮਾਪ 20 ਸੈਂਟੀਮੀਟਰ। ਅਗਰ ਇਹਨਾਂ ਦੀ ਜੋ ਲੰਬਾਈ ਹੈ ਉਹ ਆਪਾਂ ਕਾਦੇ ਵਿੱਚ ਲਈਏ, ਸੈਂਟੀਮੀਟਰ ਦੇ ਵਿੱਚ ਲਈਏ, CM ਲਿਖ ਲਿਓ 5 ਦੇ ਨਾਲ, ਤਾਂ ਕਿੰਨਾ ਬਣ ਜਾਏਗਾ 20 ਸੈਂਟੀਮੀਟਰ। ਤੁਸੀਂ ਇਹਨੂੰ ਐ ਵੀ ਕੱਢ ਸਕਦੇ ਸੀ 4 ਗੁਣਾ ਭੁਜਾ, ਭੁਜਾ ਦੀ ਲੰਬਾਈ ਹੈਗੀ ਆ 5, ਸੋ ਜਦੋਂ ਤੁਸੀਂ 4 ਗੁਣਾ 5 ਕਰਦੇ ਨਾ, 4 ਗੁਣਾ ਭੁਜਾ, ਜਿਹੜਾ ਮੈਂ ਫਾਰਮੂਲਾ ਉੱਤੇ ਲਿਖਿਆ ਇੱਥੇ ਦੇਖੋ 4 ਗੁਣਾ ਭੁਜਾ, ਤਾਂ ਵੀ ਤੁਹਾਡਾ ਆਨਸਰ ਕਿੰਨਾ ਆਉਣਾ ਸੀ 20 ਹੀ ਆਉਣਾ ਸੀ। ਇਸ ਤੋਂ ਬਾਅਦ ਅਗਰ ਆਪਾਂ ਇਹਦਾ ਖੇਤਰਫਲ ਕੱਢਣਾ ਹੋਵੇ, ਠੀਕ ਹੈ, ਏਰੀਆ ਕੱਢਣਾ ਹੋਵੇ, ਖੇਤਰਫਲ ਕੱਢਣਾ ਹੋਵੇ, ਤਾਂ ਉਹਦਾ ਫਾਰਮੂਲਾ ਹੁੰਦਾ ਜੀ ਭੁਜਾ ਗੁਣਾ ਭੁਜਾ, ਸਾਈਡ ਮਲਟੀਪਲਾਈ ਸਾਈਡ। ਸੋ ਭੁਜਾ 5 ਹੈ, ਦੂਜੀ ਵੀ ਸਾਰੀਆਂ 5 ਨੇ, ਸੋ 5 5 ਕਿੰਨਾ ਆ ਗਿਆ ਜੀ 25 ਆ ਗਿਆ। ਹੁਣ ਇਕਾਈ ਦਾ ਧਿਆਨ ਰੱਖਿਓ 25 ਸੈਂਟੀਮੀਟਰ ਸਕੁਅਰ। ਜਦੋਂ ਖੇਤਰਫਲ ਹੁੰਦਾ ਨਾ ਤਾਂ ਜਿਹੜਾ ਪਿੱਛੇ ਇਕਾਈ ਹੁੰਦੀ ਉਹਦੀ ਘਾਤ 2 ਬਣ ਜਾਂਦੀ ਹੈ, ਉੱਤੇ ਪਾਵਰ 2 ਬਣ ਜਾਂਦੀ ਹੈ। ਇਹਨੂੰ ਇਦਾਂ ਬੋਲਿਆ ਜਾਂਦਾ ਏਰੀਏ ਨੂੰ, ਖੇਤਰਫਲ ਨੂੰ 25 ਵਰਗ ਸੈਂਟੀਮੀਟਰ, ਜਿੱਥੇ 2 ਲਿਖਿਆ ਉਹਨੂੰ ਵਰਗ ਕਹਾਂਗੇ, ਫਿਰ ਸੈਂਟੀਮੀਟਰ, 25 ਵਰਗ ਸੈਂਟੀਮੀਟਰ। ਸੋ ਹੋਪਫੁਲੀ ਤੁਹਾਨੂੰ ਇਹ ਪਹਿਲਾ ਕੁਐਸਚਨ ਸਮਝ ਆ ਗਿਆ ਹੋਣਾ ਸਕੁਅਰ ਦੇ ਅਕੋਰਡਿੰਗ। ਸੋ ਸਕੁਅਰ ਨਾਲ ਰਿਲੇਟਡ ਸੋ ਤੁਸੀਂ ਸਿਰਫ ਫਾਰਮੂਲੇ ਯਾਦ ਕਰਨੇ ਆ ਕਿ ਪਰਿਮਾਪ ਦਾ ਫਾਰਮੂਲਾ ਹੁੰਦਾ ਕਿ ਸਾਰੀਆਂ ਭੁਜਾਵਾਂ ਦਾ ਜੋੜ ਜਾਂ 4 ਗੁਣਾ ਭੁਜਾ ਸਕੁਅਰ ਦੇ ਲਈ, ਵਰਗ ਦੇ ਲਈ, ਖੇਤਰਫਲ ਹੁੰਦਾ ਜੀ ਭੁਜਾ ਗੁਣਾ ਭੁਜਾ। ਹਾਂਜੀ, ਸਾਡੀ ਸੈਕੰਡ ਸ਼ੇਪ ਦਾ ਨਾਮ ਹੈ ਰੈਕਟੈਂਗਲ, ਠੀਕ ਹੈ। ਕੰਮ ਸਾਰਾ ਉਹੀ ਕਰਨਾ ਅਸੀਂ, ਰੈਕਟੈਂਗਲ, ਇੰਗਲਿਸ਼ ਵਾਲੇ ਸਟੂਡੈਂਟ ਨੋਟ ਕਰ ਸਕਦੇ ਹੋ ਨਾਲ ਹੀ, ਰੈਕਟੈਂਗਲ ਜਿਹਨੂੰ ਅਸੀਂ ਬੋਲਦੇ ਹਾਂ ਆਇਤ। ਸੋ ਇਹ ਆਇਤ ਦੀ ਇੱਕ ਪਿਕਚਰ ਤੁਹਾਨੂੰ ਦਿੱਤੀ ਹੋਈ ਹੈ। ਸੋ ਮੰਨ ਲਓ ਇਹਦੀ ਇਹ ਵਾਲੀ ਭੁਜਾ ਜੀ A ਸੈਂਟੀਮੀਟਰ ਹੈ, ਇਹ ਵੀ A ਸੈਂਟੀਮੀਟਰ ਹੈ, ਕਿਉਂਕਿ ਇਹਦੀ ਲੰਬਾਈ ਚੌੜਾਈ ਅਲੱਗ-ਅਲੱਗ ਦਿਖ ਰਹੀ ਹੈ ਆਪਾਂ ਨੂੰ, ਅਲੱਗ-ਅਲੱਗ ਹੁੰਦੀ ਹੈ, ਤਾਂ ਫਿਰ BB ਆ ਗਿਆ ਜੀ ਇਸ ਤਰੀਕੇ ਨਾਲ। ਤਾਂ ਇਹਦੇ ਵਿੱਚ ਦੋ ਚੀਜ਼ਾਂ ਹੋਣਗੀਆਂ, ਯਾਦ ਰੱਖਿਓ, ਇੱਕ ਆਇਤ ਦੀ ਕੀ ਹੁੰਦੀ ਹੈ ਜੀ ਲੰਬਾਈ ਹੁੰਦੀ ਹੈ, ਠੀਕ ਹੈ, ਲੰਬਾਈ, ਲੈਂਥ ਜਿਹਨੂੰ ਬੋਲਦੇ ਆ, ਜਿਵੇਂ A ਹੈ, ਤੇ ਇੱਕ ਆਇਤ ਦੀ ਕੀ ਹੁੰਦੀ ਹੈ ਜੀ ਚੌੜਾਈ ਹੁੰਦੀ ਹੈ, ਠੀਕ ਹੈ। ਦੋ ਚੀਜ਼ਾਂ ਯਾਦ ਰੱਖਿਓ ਜਿਹਨੂੰ ਬ੍ਰੈਡਥ ਬੋਲਦੇ ਆ ਅਸੀਂ। ਸੋ ਪਰਿਮਾਪ ਇਹਦਾ ਜਦੋਂ ਆਪਾਂ ਘੇਰਾ ਕੱਢਦੇ ਹਾਂ ਜਾਂ ਪਰਿਮਾਪ ਕੱਢਦੇ ਹਾਂ ਜਾਂ ਕਹ ਲਓ ਪੈਰੀਮੀਟਰ ਕੱਢਦੇ ਹਾਂ, ਤਾਂ ਉਹ ਫਿਰ ਉਹੀ ਗੱਲ ਆ ਗਈ ਕਿ ਸਾਰਿਆਂ ਨੂੰ ਜੋੜ ਦਿਓ, ਠੀਕ ਹੈ। ਜਿੰਨਾ ਘੇਰਾ ਆ ਗਿਆ, ਦੇਖੋ ਪਹਿਲੀ ਭੁਜਾ A ਉਹ ਇੱਥੇ ਲਿਖੀ ਹੈ, ਉਸ ਤੋਂ ਬਾਅਦ ਅਗਲੀ ਕਿਹੜੀ ਆ ਗਈ ਜੀ B, ਉਹ ਇੱਥੇ ਲਿਖੀ ਹੈ, ਫਿਰ ਦੁਬਾਰਾ A ਆ ਗਿਆ, ਠੀਕ ਹੈ, ਐਂਡ ਲਾਸਟ ਤੇ ਫਿਰ ਦੁਬਾਰਾ ਕੀ ਆ ਗਿਆ B ਆ ਗਿਆ। ਸਭ ਨੂੰ ਜੋੜ ਦਿਓ ਤਾਂ ਕੀ ਨਿਕਲ ਆਏਗਾ ਘੇਰਾ। ਇਹਦਾ ਸ਼ਾਰਟ ਫਾਰਮ ਤੁਸੀਂ ਇਦਾਂ ਵੀ ਬਣਾ ਸਕਦੇ ਹੋ, ਕਿਉਂਕਿ A ਜੋੜ B, ਫਿਰ ਆ ਗਿਆ A ਜੋੜ B, ਸੋ A ਜੋੜ B 2 ਵਾਰ ਆਇਆ ਤਾਂ ਕਰਕੇ ਇਹਨੂੰ 2 ਗੁਣਾ A ਜੋੜ B ਵੀ ਲਿਖ ਸਕਦੇ ਹੋ। ਖੈਰ ਤੁਸੀਂ ਡਾਇਰੈਕਟ ਵੀ ਪਰਿਮਾਪ ਕੱਢ ਸਕਦੇ ਹੋ, ਪਰਿਮਾਪ ਕੱਢਣਾ ਕੋਈ ਔਖਾ ਨਹੀਂ, ਕਿ ਸਾਰੇ ਆਲੇ ਦੁਆਲੇ ਦੀਆਂ ਭੁਜਾਵਾਂ ਦਾ ਜੋੜ ਕਰਨਾ, ਹੋਰ ਕੋਈ ਕੰਮ ਨਹੀਂ। ਇਸ ਤੋਂ ਇਲਾਵਾ ਖੇਤਰਫਲ ਬੜਾ ਇੰਪੋਰਟੈਂਟ ਹੈ ਜੀ, ਏਰੀਆ ਬੜਾ ਇੰਪੋਰਟੈਂਟ ਹੈ, ਠੀਕ ਹੈ। ਜੋ ਆਇਤ ਹੈ ਉਹਦਾ ਰੈਕਟੈਂਗਲ ਦਾ ਏਰੀਆ ਹੁੰਦਾ ਜੀ ਲੰਬਾਈ ਗੁਣਾ ਚੌੜਾਈ। ਸੋ ਲੰਬਾਈ ਮੇਰੀ A ਸੀ, ਚੌੜਾਈ ਮੇਰੀ B ਸੀ, ਤਾਂ ਕਰਕੇ ਕੀ ਲਿਖਿਆ A ਗੁਣਾ B। ਸੋ ਯਾਦ ਰੱਖਿਓ ਇਹ ਫਾਰਮੂਲਾ ਬੜਾ ਇੰਪੋਰਟੈਂਟ ਹੈ, the area of the rectangle is length multiply by breadth, ਲੰਬਾਈ ਗੁਣਾ ਚੌੜਾਈ। ਸੋ ਆਪਾਂ ਚਲੋ ਇੱਕ ਐਗਜ਼ਾਮਪਲ ਫੇਰ ਲੈ ਲੈਂਦੇ ਹਾਂ। ਲੈਟ ਅਸ ਸਪੋਜ਼ ਕਿ ਆਇਤ ਦੀ ਜੋ ਲੰਬਾਈ ਹੈ, ਮੈਂ ਇੱਥੇ ਲਿਖ ਦਿੰਦਾ, ਆਇਤ ਦੀ ਜੋ ਲੰਬਾਈ ਹੈ ਉਹ ਮੰਨ ਲਓ ਕਿ ਆਪਣੇ ਕੋਲੇ ਹੈਗੀ ਹੈ ਜੀ 10 ਸੈਂਟੀਮੀਟਰ, ਜੋ ਚੌੜਾਈ ਹੈ ਮੰਨ ਲਓ ਉਹ ਹੈਗੀ ਆਪਣੇ ਕੋਲੇ 8 ਸੈਂਟੀਮੀਟਰ। ਤਾਂ ਅਗਰ ਆਪਾਂ ਨੂੰ ਪੁੱਛ ਲਿਆ ਜਾਵੇ, ਥੋੜਾ ਮਾਰਕਰ ਆਪਾਂ ਚੇਂਜ ਕਰ ਲੈਂਦੇ ਹਾਂ, ਅਗਰ ਆਪਾਂ ਨੂੰ ਪੁੱਛ ਲਿਆ ਜਾਵੇ ਕਿ ਆਇਤ ਦਾ ਜਿਹੜਾ ਹੈਗਾ ਉਹ ਘੇਰਾ ਕੱਢੋ, ਪਰਿਮਾਪ ਕੱਢੋ, ਠੀਕ ਹੈ, ਪਰਿਮਾਪ ਕੱਢੋ, ਤਾਂ ਆਪਾਂ ਕਿਵੇਂ ਕੱਢਾਂਗੇ ਜੀ ਕਿ ਸਭ ਨੂੰ ਜੋੜ ਦਿਓ ਜਾਂ 2 ਗੁਣਾ A ਜੋੜ B ਵਾਲਾ ਫਾਰਮੂਲਾ ਲਾ ਦਿਓ, ਠੀਕ ਹੈ, ਜਿਵੇਂ ਮਰਜ਼ੀ ਕਰ ਸਕਦੇ ਹੋ ਤੁਸੀਂ। 2 ਗੁਣਾ A ਹੈਗਾ 10, B ਹੈਗਾ 8 ਮੇਰਾ, ਪਹਿਲਾਂ ਬ੍ਰੈਕਟ ਹੱਲ ਹੁੰਦਾ 2 ਗੁਣਾ 10 ਤੇ 8 ਕਿੰਨੇ ਹੋ ਗਏ ਜੀ 18, ਸੋ 18 ਦੂਣਾ ਕਿੰਨਾ ਆ ਗਿਆ 36, ਪਰਿਮਾਪ ਆ ਗਿਆ ਮੇਰੇ ਕੋਲ 36 ਸੈਂਟੀਮੀਟਰ। ਇਸ ਤੋਂ ਇਲਾਵਾ ਅਗਰ ਆਪਾਂ ਖੇਤਰਫਲ ਕੱਢਣਾ ਹੋਵੇ, ਖੇਤਰਫਲ ਬੜਾ ਇੰਪੋਰਟੈਂਟ ਹੈ ਕੱਢਣਾ ਇਦਾਂ, ਤਾਂ ਖੇਤਰਫਲ ਹੁੰਦਾ ਜੀ ਲੰਬਾਈ ਗੁਣਾ ਚੌੜਾਈ, ਠੀਕ ਹੈ। ਸੋ ਲੰਬਾਈ ਕਿੰਨੀ ਹੈ ਮੇਰੇ ਕੋਲੇ 10, ਚੌੜਾਈ ਕਿੰਨੀ ਹੈ ਮੇਰੇ ਕੋਲੇ 8, ਸੋ 10 8 80 ਆ ਗਿਆ ਜੀ 80 ਵਰਗ ਸੈਂਟੀਮੀਟਰ। ਕਿੰਨਾ ਆ ਗਿਆ 80 ਵਰਗ ਸੈਂਟੀਮੀਟਰ। ਸੋ ਇਸ ਤਰੀਕੇ ਨਾਲ ਜਿਹੜੇ ਕੁਐਸਚਨ ਨੇ ਆਪਾਂ ਸੋਲਵ ਕਰ ਸਕਦੇ ਹਾਂ। ਜਦੋਂ ਤੁਸੀਂ ਅਗਲੇ ਕੁਐਸਚਨ ਦੇਖੋਗੇ ਨਾ, ਇੰਨਾ ਸੌਖਾ ਕੁਐਸਚਨ ਪੇਪਰ ਦੇ ਵਿੱਚ ਨਹੀਂ ਪੁੱਛਿਆ ਜਾਂਦਾ,
ਤਾਂ ਉਹ ਵਰਗ ਅਤੇ ਜੋ ਆਈ ਤੇ ਤੁਹਾਡੀ ਉਹਨੂੰ ਮਿਲਾ ਕੇ ਪੁੱਛ ਰਹੇ ਨੇ ਕੁਐਸਚਨ, ਤਾਂ ਕਰਕੇ ਟੌਪਿਕ ਥੋੜਾ ਜਿਹਾ ਹੋਰ ਕੰਪਲਿਕੇਟਡ ਹੋ ਜਾਊਗਾ। ਪਰ ਉਹ ਚੀਜ਼ਾਂ ਤੁਹਾਨੂੰ ਉਦੋਂ ਹੀ ਸਮਝ ਆਉਣਗੀਆਂ ਅਗਰ ਤੁਹਾਨੂੰ ਸਿੰਪਲ ਵਰਗ ਦੇ ਅਲੱਗ ਤੋਂ ਫਾਰਮੂਲੇ ਪਤਾ ਨੇ, ਪਰਿਮਾਪ ਤੇ ਖੇਤਰਫਲ ਦੇ, ਸਪੈਸ਼ਲੀ ਖੇਤਰਫਲ ਦੇ, ਅਤੇ ਰੈਕਟੈਂਗਲ ਆਈ ਦੇ ਤੁਹਾਨੂੰ ਫਾਰਮੂਲੇ ਪਤਾ ਨੇ ਪਰਿਮਾਪ ਅਤੇ ਖੇਤਰਫਲ ਕੱਢਣ ਦੇ। ਹਾਂਜੀ, ਜੋ ਮੇਰੀ ਥਰਡ ਸ਼ੇਪ ਆ ਗਈ ਉਹ ਆ ਗਿਆ ਜੀ ਚੱਕਰ। ਚੱਕਰ ਨੂੰ ਅਸੀਂ ਬੋਲਦੇ ਹਾਂ ਸਰਕਲ, ਠੀਕ ਹੈ। ਇਹ ਵੀ ਇੰਪੋਰਟੈਂਟ ਹੈ, ਇੱਥੋਂ ਵੀ ਕੁਐਸਚਨ ਬਣੇ ਹੋਏ ਨੇ ਆਪਾਂ ਨੂੰ ਪੇਪਰ ਦੇ ਵਿੱਚ। ਸੋ ਸਰਕਲ ਦੇਖੋ, ਆ ਚੱਕਰ ਦੀ ਇੱਕ ਡਾਇਗਰਾਮ ਹੈ ਜੀ। ਸਰਕਲ ਚੱਕਰ ਦਾ ਕੋਈ ਨਾ ਕੋਈ ਕੇਂਦਰ ਹੁੰਦਾ, ਆਪਾਂ ਸਭ ਨੂੰ ਪਤਾ ਹੈ। ਜਿਵੇਂ ਕਿ ਬਿਲਕੁਲ ਜੋ ਡਾਟ ਵਾਲਾ ਪੁਆਇੰਟ ਹੈ ਸੈਂਟਰ ਤੇ ਦਿਖਾਇਆ ਗਿਆ, ਉਹੀ ਉਹਦਾ ਕੀ ਹੈ ਜੀ, ਇੱਥੇ ਕੇਂਦਰ ਹੈਗਾ। ਸੋ ਕੇਂਦਰ ਤੋਂ ਚਾਹੇ ਉੱਪਰ ਨੂੰ ਚਾਹੇ ਸਾਈਡ ਨੂੰ, ਜਾਂ ਜਿਸ ਤਰੀਕੇ ਨਾਲ ਇੱਥੇ ਦਿਖਾਇਆ ਗਿਆ ਹੈਗਾ ਆਹ ਵਾਲੀ ਲਾਈਨ, ਹਨਾ, ਇਹ ਉਹਦਾ ਕੀ ਹੁੰਦਾ ਹੈ, ਆਰ। ਸੋ ਦੇਖੋ ਆਰ ਸ਼ਬਦ ਬੜਾ ਇੰਪੋਰਟੈਂਟ ਹੈ। ਆਰ ਨੂੰ ਉਹਦਾ ਬੋਲਦੇ ਆ ਰੇਡੀਅਸ, ਜਾਂ ਕਹ ਲਓ ਅਰਧ ਵਿਆਸ। ਆਰ ਨੂੰ ਚੱਕਰ ਦਾ ਅਸੀਂ ਕੀ ਬੋਲਦੇ ਹਾਂ ਜੀ, ਅਰਧ ਵਿਆਸ। ਇੰਗਲਿਸ਼ ਵਾਲੇ ਲਿਖ ਸਕਦੇ ਹੋ ਰੇਡੀਅਸ, ਠੀਕ ਹੈ। ਤਾਂ ਉਸ ਤੋਂ ਬਾਅਦ ਅਗਰ ਇਹ ਜਿਹੜਾ ਹੈਗੀ ਆ ਲਾਈਨ, ਹਨਾ, ਸੈਂਟਰ ਤੋਂ ਅੱਗੇ ਵੀ ਨਿਕਲ ਜਾਂਦੀ, ਪੂਰਾ ਹੁੰਦਾ ਹੈ ਨਾ ਇਸ ਤਰੀਕੇ ਨਾਲ, ਤੇ ਉਹਨੂੰ ਥੋੜਾ ਜਿਹਾ ਰੇਜ਼ ਕਰਕੇ ਥੋੜੀ ਲਾਈਨ ਨੂੰ ਆਪਾਂ ਸਿੱਧਾ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜੋ ਆਪਾਂ ਹੁਣੇ ਡਰਾ ਕੀਤੀ ਹੈ। ਮਤਲਬ ਅਗਰ ਇਹੀ ਲਾਈਨ ਬਿਲਕੁਲ ਡਾਇਰੈਕਟ ਚਲੀ ਜਾਂਦੀ, ਸਟ੍ਰੇਟ ਚਲੀ ਜਾਂਦੀ, ਤਾਂ ਉਹ ਆਪਣਾ ਬਿਆਸ ਹੋ ਜਾਂਦਾ ਜੀ, ਠੀਕ ਹੈ। ਥੋੜਾ ਜਿਹਾ ਪੈਨਸਲ ਨਾਲ ਥੋੜਾ ਮੁਸ਼ਕਲ ਹੈ, ਥੋੜਾ ਡਰਾ ਵਗੈਰਾ ਕਰਨਾ। ਮੈਂ ਇੱਥੇ ਡਰਾ ਕਰਨ ਦੀ ਕੋਸ਼ਿਸ਼ ਕਰਦਾ। ਹੁਣ ਦੇਖੋ ਇਹ ਬਿਲਕੁਲ ਕੰਪਲੀਟ ਲਾਈਨ ਅੱਗੇ ਚਲੀ ਗਈ, ਹਨਾ, ਹੁਣ ਪੂਰੀ ਲਾਈਨ ਹੋ ਗਈ, ਤਾਂ ਅਸੀਂ ਇਹਨੂੰ ਬੋਲਦੇ ਹਾਂ ਡੀ। ਉਸ ਕੇਸ ਦੇ ਵਿੱਚ ਅਸੀਂ ਇਹਨੂੰ ਕੀ ਬੋਲਾਂਗੇ, ਡੀ। ਹੁਣ ਅਰਧ ਵਿਆਸ ਨਹੀਂ ਹੈ, ਕੀ ਬਣ ਗਿਆ ਜੀ, ਬਿਆਸ, ਹਨਾ, ਡਾਇਆਮੀਟਰ ਨੂੰ ਬੋਲਾਂਗੇ ਇੰਗਲਿਸ਼ ਦੇ ਵਿੱਚ। ਸੋ ਇੱਥੋਂ ਤੱਕ ਤੁਹਾਨੂੰ ਕਲੀਅਰ ਹੋ ਗਿਆ ਹੋਣਾ। ਅਗਰ ਹੁਣ ਆਪਾਂ ਚੱਕਰ ਦਾ ਪਰਿਮਾਪ ਕੱਢਣਾ, ਦੇਖੋ ਹੁਣ ਆਲੇ ਦੁਆਲੇ ਦਾ ਆਪਾਂ ਜੋੜ ਕਿਵੇਂ ਕਰ ਸਕਦੇ ਹਾਂ, ਹਨਾ, ਕਿਉਂਕਿ ਇਹ ਕਿਹੜਾ ਕੋਈ ਭੁਜਾ ਗਈ ਡਾਇਰੈਕਟ। ਤਾਂ ਪਰਿਮਾਪ ਕੱਢਣ ਦਾ ਫਾਰਮੂਲਾ ਹੁੰਦਾ ਜੀ 2πr। 2πr ਮਤਲਬ 2 ਗੁਣਾ ਪਾਈ ਗੁਣਾ ਆਰ। ਹੁਣ ਆਰ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਕੀ ਹੁੰਦਾ। ਹੁਣ ਇਹ ਪਾਈ ਕੀ ਚੀਜ਼ ਹੈ, ਹੁਣ ਇਹਨੂੰ ਸਮਝੋ। ਹੁਣ ਜੋ ਪਾਈ ਹੈ ਜੀ, ਇੱਕ ਤਰ੍ਹਾਂ ਦਾ ਕਾਂਸਟੈਂਟ ਲਾ ਲਓ, ਜਿਹਦਾ ਮੁੱਲ ਹੁੰਦਾ ਹੈਗਾ 22/7। ਇਹਦੀ ਥਾਂ ਤੇ ਆਪਾਂ ਇਹਦਾ ਮੁੱਲ ਭਰਨਾਗਾ 22/7, ਜਾਂ ਠੀਕ ਹੈ, ਅਗਰ ਦਸ਼ਮਲਵ ਵਿੱਚ ਤੁਸੀਂ ਭਰਨਾ ਹੋਵੇ 3.14। 3.14 ਇਦਾਂ ਭਰ ਸਕਦੇ ਹੋ। 22 ਨੂੰ 7 ਨਾਲ ਡਿਵਾਈਡ ਕਰਕੇ ਦੇਖ ਲਓ, ਇੰਨਾ ਆ ਜਾਊਗਾ 3.14। ਇਸ ਤੋਂ ਇਲਾਵਾ ਅਗਰ ਆਪਾਂ ਖੇਤਰਫਲ ਕੱਢਣਾ, ਏਰੀਆ ਕੱਢਣਾ, ਉਹਦਾ ਫਾਰਮੂਲਾ ਹੁੰਦਾ ਜੀ ਪਾਈ ਆਰ ਦੀ ਪਾਵਰ 2। ਪਾਈ ਅਤੇ ਆਰ ਦੇ ਵਿੱਚ ਕੋਈ ਸਾਈਨ ਨਹੀਂ, ਦਾ ਮਤਲਬ ਗੁਣਾ ਦਾ ਸਾਈਨ ਹੈ। ਪਾਈ ਗੁਣਾ ਆਰ ਦੀ ਪਾਵਰ 2। ਆਰ ਵੀ ਹੁਣ ਤੁਹਾਨੂੰ ਪਤਾ ਹੈ ਤੇ ਤੁਹਾਨੂੰ ਪਾਈ ਵੀ ਪਤਾ ਹੈ, ਠੀਕ ਹੈ। ਹੁਣ ਆਪਾਂ ਇੱਕ ਕੰਮ ਕਰਦੇ ਹਾਂ, ਆਪਾਂ ਇੱਕ ਜਨਰਲ ਜੀ ਐਗਜ਼ਾਮਪਲ ਲੈ ਕੇ, ਪਹਿਲਾਂ ਤਾਂ ਦੋਨੇ ਫਾਰਮੂਲੇ ਯਾਦ ਰੱਖਣੇ ਆ। ਹੁਣ ਆਪਾਂ ਥੋੜਾ ਜਿਹਾ ਰੇਜ਼ ਕਰਕੇ ਇੱਕ ਜਨਰਲ ਜੀ ਜਿਹੜੀ ਐਗਜ਼ਾਮਪਲ ਹੈ ਉਹਨੂੰ ਲੈ ਕੇ ਦੋਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਲੈਟ ਅਸ ਸਪੋਜ਼ ਕਿ ਮੇਰੇ ਕੋਲ ਇੱਕ ਸਰਕਲ ਹੈ ਜੀ, ਜਿਹਦਾ ਜੋ ਅਰਧ ਵਿਆਸ ਹੈ ਉਹ 14 ਸੈਂਟੀਮੀਟਰ ਹੈ। ਆਪਾਂ ਮਾਰਕਰ ਚੇਂਜ ਕਰਕੇ, ਸੋ ਜੋ ਆਰ ਹੈ, ਠੀਕ ਹੈ, ਇੱਥੋਂ ਤੱਕ ਉਹ ਹੈਗਾ ਜੀ 14 ਸੈਂਟੀਮੀਟਰ। ਆਰ ਦੀ ਵੈਲਿਊ ਦਿੱਤੀ ਹੋਈ ਹੈ। ਤਾਂ ਆਪਾਂ ਨੂੰ ਪੁੱਛ ਲਿਆ ਕਿ ਪਰਿਮਾਪ ਕੱਢੋ। ਤਾਂ ਆਪਾਂ ਉਸ ਕੇਸ ਦੇ ਵਿੱਚ ਕੀ ਕਰਾਂਗੇ, ਆਪਾਂ ਪਰਿਮਾਪ ਦਾ ਫਾਰਮੂਲਾ ਲਿਖਾਂਗੇ, ਪਰਿਮਾਪ ਇਜ਼ ਇਕੁਅਲ ਟੂ 2πr, ਠੀਕ ਹੈ। ਤਿੰਨੋਂ ਚੀਜ਼ਾਂ ਆਪਸ ਦੇ ਵਿੱਚ ਗੁਣਾ ਦੇ ਵਿੱਚ ਨੇ, ਤਾਂ 2 ਗੁਣਾ ਪਾਈ ਗੁਣਾ ਆਰ। 2 ਗੁਣਾ ਪਾਈ ਗੁਣਾ ਆਰ ਬਰਾਬਰ 2 ਗੁਣਾ ਪਾਈ ਦੀ ਜਗ੍ਹਾ ਤੇ ਕਿੰਨਾ ਮੁੱਲ ਭਰੂੰਗਾ ਮੈਂ, 22/7। ਆਰ ਦੀ ਜਗ੍ਹਾ ਤੇ ਕਿੰਨਾ ਮੁੱਲ ਭਰੂੰਗਾ ਮੈਂ, 14, ਕਿਉਂਕਿ ਆਰ ਕਿੰਨਾ ਮੇਰਾ 14। ਅਗਰ ਤੁਹਾਨੂੰ ਡੀ ਦਿੱਤਾ ਹੁੰਦਾ, ਮਤਲਬ ਤੁਹਾਨੂੰ ਦਿੱਤਾ ਹੁੰਦਾ ਕਿ ਡੀ ਹੈਗਾ ਜੀ 28 ਸੈਂਟੀਮੀਟਰ। ਡੀ ਦਾ ਮਤਲਬ ਡਾਇਆਮੀਟਰ, ਬਿਆਸ। ਤਾਂ ਤੁਸੀਂ ਉਹਨੂੰ 2 ਨਾਲ ਭਾਗ ਕਰਕੇ ਆਰ ਕੱਢ ਸਕਦੇ ਹੋ, ਠੀਕ ਹੈ। ਅਰਧ ਵਿਆਸ ਉਹਨੂੰ 2 ਨਾਲ ਭਾਗ ਕਰ ਦਿਓ, ਫਿਰ ਤੁਹਾਡਾ ਅਰਧ ਵਿਆਸ ਵੀ ਕਿੰਨਾ ਆ ਜਾਂਦਾ, 14 ਸੈਂਟੀਮੀਟਰ। ਸੋ ਅਗਰ ਤੁਹਾਨੂੰ ਬਿਆਸ ਦਿੱਤਾ ਤਾਂ ਉਹ ਤੋਂ ਤੁਸੀਂ ਆਸਾਨੀ ਨਾਲ ਜਿਹੜਾ ਹੈਗਾ ਅਰਧ ਵਿਆਸ ਜਿਹੜਾ ਹੈਗਾ ਉਹ ਫਾਈਂਡ ਕਰ ਸਕਦੇ ਹੋ। ਹੁਣ ਇਹਨੂੰ ਕੱਟ ਕਰ ਦਿਓ ਜੀ, 7 ਦੂਣੀ 14, ਠੀਕ ਹੈ। 7 ਦੂਣੀ 14, ਥੱਲੇ ਕੁਝ ਵੀ ਨਹੀਂ ਬਚਿਆ, ਉੱਪਰ ਬਚਿਆ ਦੇਖੋ 22 ਦੂਣਾ 44, 44 ਦੂਣਾ 88। ਜਦੋਂ ਇਹਨੂੰ ਕਰੋਗੇ ਤਾਂ ਕਿੰਨਾ ਆ ਜਾਊਗਾ, 88 ਸੈਂਟੀਮੀਟਰ ਆ ਜਾਊਗਾ। ਸਿਮਿਲਰਲੀ ਤੁਸੀਂ ਖੇਤਰਫਲ ਵੀ ਕੱਢ ਸਕਦੇ ਹੋ, ਜਿਸ ਤਰੀਕੇ ਨਾਲ ਮੈਂ ਇੱਥੇ ਪਰਿਮਾਪ ਕੱਢ ਕੇ ਦਿਖਾਇਆ, ਉਸੇ ਤਰੀਕੇ ਨਾਲ ਤੁਸੀਂ ਖੇਤਰਫਲ ਕੱਢ ਸਕਦੇ ਹੋ। ਖੇਤਰਫਲ ਇਜ਼ ਇਕੁਅਲ ਟੂ ਪਾਈ ਆਰ ਦੀ 2, ਠੀਕ ਹੈ। ਪਾਈ ਦਾ ਮੁੱਲ ਹੁੰਦਾ ਜੀ 7, ਠੀਕ ਹੈ, ਵਿੱਚ ਗੁਣਾ ਦਾ ਨਿਸ਼ਾਨ ਹੈ। ਆਰ ਦਾ ਮੁੱਲ ਕਿੰਨਾ ਸੀ, 14। ਸੋ 14 ਦੀ ਪਾਵਰ 2 ਲਿਖ ਦੋਗੇ ਇੱਥੇ। ਨੈਕਸਟ ਤੁਸੀਂ ਲਿਖ ਦੇਣਾ 14 ਦੀ ਪਾਵਰ 2, ਮਤਲਬ 14 ਦਾ ਵਰਗ ਆ ਜਾਊਗਾ ਇੱਥੇ, ਠੀਕ ਹੈ। ਥੋੜੀ ਆਪਾਂ ਸਪੇਸ ਬਣਾ ਲੈਂਦੇ ਹਾਂ। ਸੋ ਇੱਕ ਤੁਹਾਨੂੰ ਜ਼ਰੂਰ ਸਭ ਨੂੰ ਰਿਕੁਐਸਟ ਹੈ ਕਿ ਅਗਰ ਤੁਸੀਂ ਇਸ ਟੌਪਿਕ ਤੇ ਥੋੜੀ ਪਕੜ ਬਣਾਉਣੀ ਹੈ ਨਾ, ਤਾਂ ਜੋ ਸਵਾਲ ਮੈਂ ਸਕਰੀਨ ਦੇ ਉੱਪਰ ਮੈਂ ਖੁਦ ਸੋਲਵ ਕਰਕੇ ਤੁਹਾਨੂੰ ਦਿਖਾ ਰਿਹਾ ਹੈਗਾ, ਉਹ ਤੁਸੀਂ ਇੱਕ ਵਾਰ ਨੋਟਬੁੱਕ ਤੇ ਜ਼ਰੂਰ ਲਿਖ ਲੈਣੇ ਆ ਜੀ, ਕਿਉਂਕਿ ਜਿੰਨਾ ਟਾਈਮ ਤੁਹਾਡਾ ਬੇਸਿਕ ਕਨਸੈਪਟ ਨਹੀਂ ਕਲੀਅਰ ਨਾ, ਫਿਰ ਅੱਗੇ ਕੰਮ ਔਖਾ ਹੋ ਜਾਂਦਾ ਹੈਗਾ। ਸੋ ਖੇਤਰਫਲ ਇਜ਼ ਇਕੁਅਲ ਟੂ 22/7, ਜੋ 14 ਦਾ ਵਰਗ ਹੈ ਨਾ, ਉਹਨੂੰ ਆਪਾਂ ਐਂ ਵੀ ਲਿਖ ਸਕਦੇ ਹਾਂ
14 ਗੁਣਾ 14, 14 ਨੂੰ 2 ਵਾਰ ਲਿਖ ਸਕਦੇ ਹਾਂ। ਸੋ ਸਿਮਿਲਰਲੀ 22 ਦੂਣਾ 7 ਦੂਣੀ 14, ਠੀਕ ਹੈ। ਤਾਂ ਹੁਣ ਉੱਤੇ ਦੇਖੋ ਕੀ ਰਹਿ ਗਿਆ, 22 ਦੂਣਾ 44। ਹੁਣ 44 ਨੂੰ ਤੁਸੀਂ 14 ਨਾਲ ਗੁਣਾ ਕਰ ਲੈਣੀ ਆ। 44 ਨੂੰ 14 ਨਾਲ ਗੁਣਾ ਕਰਕੇ ਜਿੰਨਾ ਵੀ ਆ ਗਿਆ ਉਹ ਤੁਹਾਡਾ ਖੇਤਰਫਲ ਆ ਜਾਊਗਾ ਕਾਹਦੇ ਵਿੱਚ, ਸੈਂਟੀਮੀਟਰ ਦੀ ਪਾਵਰ 2 ਦੇ ਵਿੱਚ, ਜਾਂ ਕਹ ਲਓ ਵਰਗ ਸੈਂਟੀਮੀਟਰ ਦੇ ਵਿੱਚ। ਹੁਣ ਤੁਸੀਂ ਮੈਨੂੰ ਜ਼ਰੂਰ ਦੱਸਣਾ ਕਿ 44 ਨੂੰ 14 ਨਾਲ ਗੁਣਾ ਕਰਕੇ ਕਿੰਨਾ ਆਊਗਾ, ਠੀਕ ਹੈ। ਤਾਂ ਕਰਕੇ ਮੈਨੂੰ ਪਤਾ ਲੱਗੇ, ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ, ਕਿ ਤੁਸੀਂ ਆਪਣੀ ਨੋਟਬੁੱਕ ਤੇ ਇਹ ਵਾਲੇ ਸਵਾਲ ਕਰ ਵੀ ਰਹੇ ਹੋ ਜਾਂ ਨਹੀਂ ਕਰ ਰਹੇ, ਨਾਲ ਦੀ ਨਾਲ ਕੈਲਕੂਲੇਸ਼ਨ ਕਰ ਵੀ ਰਹੇ ਹੋ ਜਾਂ ਨਹੀਂ ਕਰ ਰਹੇ, ਕਿਉਂਕਿ ਮੈਥ ਇਜ਼ ਆਲ ਅਬਾਊਟ ਦਾ ਕੈਲਕੂਲੇਸ਼ਨ, ਠੀਕ ਹੈ। ਜਿੰਨਾ ਤੁਸੀਂ ਕੈਲਕੂਲੇਸ਼ਨ ਦੇ ਵਿੱਚ ਫਾਸਟ ਹੋਵੋਗੇ, ਕਿਉਂਕਿ ਮੈਥ ਇੱਕ ਇਦਾਂ ਦਾ ਵਿਸ਼ਾ ਜੀ ਜਿਹੜਾ ਤੁਹਾਡਾ ਕਾਫੀ ਟਾਈਮ ਉੱਥੇ, ਇਹ ਮੰਨੋ ਕਿ ਜੇ ਤੁਹਾਡੇ ਸਵਾਲ ਨਿਕਲੀ ਗਏ ਤਾਂ ਠੀਕ ਹੈ, ਅਗਰ ਨਹੀਂ ਨਿਕਲੇ ਤਾਂ ਤੁਸੀਂ ਬਾਅਦ ਚ ਦੋਸ਼ ਮੈਥ ਨੂੰ ਹੀ ਜ਼ਿਆਦਾ ਦਿਓਗੇ ਕਿ ਮੈਥ ਨੇ ਬਹੁਤ ਸਮਾਂ ਲੈ ਲਿਆ, ਠੀਕ ਹੈ। ਤਾਂ ਕਰਕੇ ਮੇਰਾ ਪੇਪਰ ਪੂਰਾ ਨਹੀਂ ਹੋਇਆ ਜਾਂ ਕੋਈ ਹੋਰ ਕਮੀ ਰਹਿ ਗਈ। ਤਾਂ ਕਰਕੇ ਮੈਂ ਕਹਿ ਰਿਹਾ ਕਿ ਬਾਰ-ਬਾਰ ਕੈਲਕੂਲੇਸ਼ਨ ਕਰੋ ਜੀ, ਹਨਾ। ਮੈਥ ਦੇ ਵਿੱਚ ਪਰਫੈਕਟ ਹੋਣਾ ਤਾਂ ਸਵਾਲਾਂ ਨੂੰ ਖੁਦ ਕੱਢ ਕੇ ਦੇਖੋ। ਅਗਰ ਮੈਂ ਕੱਢ ਰਿਹਾ ਤਾਂ ਇਹਨੂੰ ਐਜ਼ ਇਟ ਨਾ ਤਾਰੋ, ਇਹਨਾਂ ਨੂੰ ਖੁਦ ਕੈਲਕੂਲੇਸ਼ਨ ਕਰਕੇ ਸਭ ਕੁਝ ਕਰਕੇ ਦੇਖੋ। ਫੇਰ ਹੀ ਜਿਹੜਾ ਟਾਈਮ ਹੈ ਤੁਹਾਡਾ ਉਹ ਸੇਵ ਹੋਏਗਾ ਮੈਥ ਦੇ ਵਿੱਚ। ਅਦਰਵਾਈਜ਼ ਚਾਹੇ ਤੁਹਾਨੂੰ ਕਨਸੈਪਟ ਆਉਂਦਾ ਹੈ, ਪਰ ਮੈਥ ਫਿਰ ਵੀ ਸਮਾਂ ਲੈ ਜਾਂਦਾ ਜੀ, ਠੀਕ ਹੈ। ਜਦੋਂ ਪੇਪਰ ਦੇ ਵਿੱਚ ਚਾਹੇ ਕੋਈ ਇਦਾਂ ਦਾ ਸਟੂਡੈਂਟ ਬੈਠਦਾ ਜਿਹਦਾ ਮੈਥ ਸਟਰੋਂਗ ਹੈ, 30 ਕੁਐਸਚਨ ਮੈਥ ਦੇ ਆਏ ਮੰਨ ਲਓ ਇਨਕਲੂਡਿੰਗ ਪੈਡਾਗੋਜੀ, ਤਾਂ ਉਹਦਾ ਟਾਈਮ ਵੀ 30 ਮਿੰਟ ਆਰਾਮ ਨਾਲ ਮੈਥ ਲੈ ਜਾਂਦਾ, ਚਾਹੇ ਕਿਸੇ ਦਾ ਮੈਥ ਸਟਰੋਂਗ ਵੀ ਕਿਉਂ ਨਾ ਹੋਵੇ। ਹਾਂ, ਹੁਣ ਉਹ ਸਟੂਡੈਂਟ ਜਿਨ੍ਹਾਂ ਦਾ ਮੈਥ ਨਹੀਂ ਸਟਰੋਂਗ, ਥੋੜਾ ਜਿਹਾ ਘੱਟ ਹੈਗਾ, ਠੀਕ ਹੈ, ਤਾਂ ਉਹਨਾਂ ਲਈ ਤਾਂ ਹੋਰ ਵੀ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ ਕੈਲਕੂਲੇਸ਼ਨ ਕਰਨੀ। ਜਿਸ ਤਰੀਕੇ ਨਾਲ ਈਵੀਐਸ ਆਪਣਾ ਚੱਲਦਾ ਪਿਆ, ਤਾਂ ਈਵੀਐਸ ਦੇ ਵਿੱਚ ਮੰਨ ਲਓ ਮੈਂ ਤੁਹਾਨੂੰ ਸਮਝਾਤਾ, ਤੁਸੀਂ ਨੋਟ ਕਰ ਲਿਆ, ਦਿਮਾਗ 'ਚ ਚਲਾ ਗਿਆ। ਅਗਰ ਉਸ ਤਰ੍ਹਾਂ ਦਾ ਕੁਐਸਚਨ ਪੇਪਰ 'ਚ ਆਇਆ, ਤੁਸੀਂ ਨਾਲ ਦੀ ਨਾਲ ਟਿਕ ਕਰ ਦੋਗੇ, ਬੜਾ ਸੋਚਣ ਵਾਲੀ ਗੱਲ ਨਹੀਂ ਹੁੰਦੀ ਉੱਥੇ। ਚਾਹੇ ਤੁਸੀਂ ਮੈਨੂੰ ਸੁਣੀ ਜਾਓ ਫਿਰ ਵੀ ਚੱਲ ਜਾਊਗਾ ਈਵੀਐਸ ਦੇ ਕੇਸ ਦੇ ਵਿੱਚ। ਬਟ ਮੈਥ ਦੇ ਕੇਸ ਦੇ ਵਿੱਚ ਸੁਣ ਕੇ ਗੱਲਾਂ ਕੰਮ ਨਹੀਂ ਹੁੰਦਾ, ਠੀਕ ਹੈ। ਤੁਹਾਨੂੰ ਆਪਣਾ ਹੱਥ ਚਲਾਉਣਾ ਪਊਗਾ, ਕਿਉਂਕਿ ਉੱਥੇ ਵੀ ਕੈਲਕੂਲੇਸ਼ਨ ਤੁਸੀਂ ਆਪ ਹੀ ਕਰਨੀ ਆ। ਤਾਂ ਕਰਕੇ ਬੜਾ ਇੰਪੋਰਟੈਂਟ ਹੈ। ਹੁਣ ਮੈਨੂੰ 44 ਤੇ 14 ਦੀ ਗੁਣਾ ਕਰਕੇ ਜਰੂਰ ਦੱਸਣਾ ਕਮੈਂਟ ਬਾਕਸ ਦੇ ਵਿੱਚ ਕਿ ਕਿੰਨਾ ਆਊਗਾ ਇਸ ਕੇਸ ਦੇ ਵਿੱਚ ਆਪਣਾ ਖੇਤਰਫਲ ਚੱਕਰ ਦਾ। ਹਾਂਜੀ, ਹੁਣ ਆਪਾਂ ਕਰਦੇ ਹਾਂ ਪ੍ਰੀਵੀਅਸ ਈਅਰ ਐਗਜ਼ਾਮ ਦੇ ਕੁਐਸਚਨ, ਜਿੱਥੋਂ ਤੁਹਾਨੂੰ ਆਈਡੀਆ ਹੋਊਗਾ ਕਿ ਤੁਸੀਂ ਕਿੰਨਾ ਸਮਝੇ ਹੁਣ ਤੱਕ। ਸੋ ਕੁਐਸਚਨ ਨੰਬਰ 94 ਆਪਾਂ ਪਹਿਲਾਂ ਦੇਖਦੇ ਹਾਂ। ਦੇਖੋ, ਮੈਂ 94 ਤਾਂ ਲਾਇਆਗਾ ਕਿਉਂਕਿ ਅਸੀਂ ਪਹਿਲੇ 16 ਪਾਰਟ ਦੇ ਵਿੱਚੋਂ ਅਸੀਂ ਵੀਡੀਓਜ਼ ਮੈਥ ਦੀਆਂ ਕਵਰ ਕੀਤੀਆਂ ਨੇ, 16 ਪਾਰਟ। ਉਹਨਾਂ ਦੇ ਵਿੱਚ ਅਸੀਂ 93 ਇੰਪੋਰਟੈਂਟ MCQ ਆਪਣੇ ਐਗਜ਼ਾਮ ਨਾਲ ਰਿਲੇਟਡ, ਠੀਕ ਹੈ, ਜਾਂ ਪ੍ਰੀਵੀਅਸ ਈਅਰ ਇੰਪੋਰਟੈਂਟ MCQ ਕਹਿ ਲਓ, ਉਹ ਅਸੀਂ ਕਵਰ ਕਰ ਚੁੱਕੇ ਹਾਂ ਜੀ। 93 ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ, ਤਾਂ ਕਰਕੇ ਇੱਥੇ ਮੈਂ ਚਾਹੇ ਆਪਣੀ ਇਸ ਵੀਡੀਓ ਦਾ ਪਹਿਲਾ MCQ ਹੈ, ਬਟ ਆਲ ਓਵਰ ਜਿਹੜਾ ਸਾਡਾ ਇਹ 94ਵਾਂ MCQ ਬਣ ਗਿਆ 17ਵੀਂ ਵੀਡੀਓ ਤੱਕ। ਤੇ ਚਲੋ ਸਟਾਰਟ ਕਰਦੇ ਹਾਂ। ਦ ਏਰੀਆ ਆਫ ਸਕੁਅਰ ਇਜ਼ 64 ਵਰਗ ਸੈਂਟੀਮੀਟਰ, ਦੈਨ ਦ ਪੈਰੀਮੀਟਰ ਇਜ਼, ਦੇਖੋ ਇੱਕ ਵਰਗ ਦਾ ਖੇਤਰਫਲ ਦੇ ਰੱਖਿਆ ਤੁਹਾਨੂੰ ਕਿ ਵਰਗ ਦਾ ਖੇਤਰਫਲ ਪਾਈਏ ਇੰਨਾ ਗਾ, ਇਸ ਦਾ ਪਰਿਮਾਪ ਕੀ ਹੋਵੇਗਾ। ਸੋ ਦੋਨੋਂ ਚੀਜ਼ਾਂ ਮਿਕਸਅਪ ਹੋ ਗਈਆਂ ਨਾ, ਖੇਤਰਫਲ ਵੀ ਮਿਕਸ ਹੋ ਗਿਆ ਤੇ ਪਰਿਮਾਪ ਵੀ ਆ ਗਿਆ, ਦੋਨੋਂ ਚੀਜ਼ਾਂ ਆ ਗਈਆਂ। ਸੋ ਵਰਗ ਦਾ ਖੇਤਰਫਲ, ਦੇਖੋ ਹੁਣ ਧਿਆਨ ਨਾਲ ਇਹਨੂੰ ਕਰਨ ਦੀ ਕੋਸ਼ਿਸ਼ ਕਰੋ, ਪਹਿਲਾਂ ਵੀਡੀਓ ਨੂੰ ਪੌਜ਼ ਕਰਕੇ, ਫਿਰ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਕਿ ਪੇਪਰ ਦੇ ਵਿੱਚ ਡਿਫਿਕਲਟੀ ਲੈਵਲ ਹੁੰਦਾ ਹੈ ਜੀ, ਧਿਆਨ ਨਾਲ ਸਾਨੂੰ ਸਮਝਣਾ ਪੈਂਦਾ ਹੈ। ਸੋ ਵਰਗ ਦਾ ਖੇਤਰਫਲ ਹੁੰਦਾ ਭੁਜਾ ਗੁਣਾ ਭੁਜਾ, ਹਨਾ, ਆਪਾਂ ਜਾਣਦੇ ਹਾਂ। ਸੋ ਵਰਗ ਦਾ ਖੇਤਰਫਲ ਕਿੰਨਾ ਦਿੱਤਾ ਹੋਇਆ ਆਪਾਂ ਨੂੰ, 64 ਦਿੱਤਾ ਹੋਇਆ, ਬਰਾਬਰ, ਦੇਖੋ ਭੁਜਾ 2 ਵਾਰ ਆ ਗਿਆ, ਤਾਂ ਕਰਕੇ ਮੈਂ ਇਹਨੂੰ ਇਦਾਂ ਵੀ ਲਿਖ ਸਕਦਾ, ਭੁਜਾ 1 ਪਾ ਕੇ ਬ੍ਰੈਕਟ 'ਚ ਪਾ ਕੇ ਉੱਤੇ 2 ਲਿਖ ਸਕਦਾ, ਭੁਜਾ ਦਾ ਵਰਗ, ਹਨਾ, ਇਦਾਂ ਆਪਾਂ ਲਿਖ ਸਕਦੇ ਹਾਂ। ਸੋ ਹੁਣ ਜੋ 64 ਹੈ, 64 ਕਾਹਦਾ ਵਰਗ ਹੁੰਦਾ ਜੀ, 8 ਦਾ, 8 8 64, 8 ਗੁਣਾ 8 64 ਹੋ ਜਾਂਦਾ। ਸਾ 64 ਨੂੰ ਮੈਂ 8 ਦੀ ਪਾਵਰ 2 ਵੀ ਲਿਖ ਸਕਦਾ, ਵੈਸੇ ਤੁਸੀਂ ਆਪਦੇ ਤਰੀਕੇ ਨਾਲ ਵੀ ਸਵਾਲ ਕੱਢ ਸਕਦੇ ਹੋ, ਮੈਂ ਇਸ ਤਰੀਕੇ ਨਾਲ ਜਾ ਰਿਹਾ। ਸੋ ਇਦਾਂ ਲਿਖ ਸਕਦੇ ਹੋ। ਹੁਣ ਦੇਖੋ ਵਰਗ ਦੇ ਨਾਲ ਵਰਗ ਕੈਂਸਲ ਹੋ ਗਿਆ, ਬਰਾਬਰ ਦੇ ਖੱਬੇ ਸੱਜੇ ਪਾਸੇ ਨੇ, ਤਾਂ ਹੁਣ ਮੇਰਾ ਦੇਖੋ 8 ਕਾਦੇ ਬਰਾਬਰ ਆ ਗਿਆ, ਭੁਜਾ ਦੇ, ਹਨਾ, ਇੱਕ ਇੱਧਰ ਰਹਿ ਗਿਆ ਇਕੱਲਾ 8, ਵਰਗ ਕੈਂਸਲ ਕਰਕੇ ਉਧਰ ਰਹਿ ਗਈ ਭੁਜਾ। ਸੋ ਮੇਰੀ ਭੁਜਾ ਕਿੰਨੀ ਆ ਗਈ ਜੀ, 8 ਸੈਂਟੀਮੀਟਰ, ਇੱਥੇ ਲਿਖ ਦਿੰਨਾ ਮੈਂ। ਸੋ ਪਹਿਲਾਂ ਮੈਨੂੰ ਖੇਤਰਫਲ ਤੋਂ ਕੀ ਕੱਢਣੀ ਪਈ, ਭੁਜਾ ਕਹਿ ਲਓ ਸਾਈਡ, 8 ਸੈਂਟੀਮੀਟਰ ਆ ਗਈ। ਹੁਣ ਪਰਿਮਾਪ ਕੱਢਣਾਗੇ, ਕਿਉਂਕਿ ਪਰਿਮਾਪ ਤੇ ਖੇਤਰਫਲ 'ਚ ਭੁਜੀ ਹੁੰਦੀ ਹੈ। ਸੋ ਪਰਿਮਾਪ, ਵਰਗ ਦਾ ਪਰਿਮਾਪ ਕਿੰਨਾ ਹੁੰਦਾ ਜੀ, 4 ਗੁਣਾ ਭੁਜਾ, ਠੀਕ ਹੈ, 4 ਗੁਣਾ ਭੁਜਾ, ਇਹ ਫਾਰਮੂਲਾ ਕੀਤਾ ਹੋਇਆ ਆਪਾਂ। ਸੋ 4 ਗੁਣਾ ਭੁਜਾ, ਭੁਜਾ ਕਿੰਨੀ ਹੈ 8, ਸੋ 4 8 ਕਿੰਨਾ ਆ ਗਿਆ ਜੀ, 32 ਆ ਗਿਆ, 4 8 32 ਸੈਂਟੀਮੀਟਰ। ਦੇਖੋ 32 ਕਿੱਥੇ ਹੈ ਪਰਿਮਾਪ ਵਰਗ ਦਾ, ਆ ਸੀ ਆਪਸ਼ਨ ਬੀ, ਆਪਸ਼ਨ ਬੀ 32 ਆ ਗਿਆ ਆਪਣਾ ਰਾਈਟ ਆਂਸਰ। ਸੋ ਦੇਖੋ ਇੱਕੋ ਹੀ ਸਵਾਲ ਹੈ, ਉਹਦੇ ਵਿੱਚ ਉਹ ਏਰੀਆ ਵੀ ਕਵਰ ਕਰਤਾ ਉਹਨਾਂ ਨੇ, ਉਹਦੇ ਵਿੱਚ ਜਿਹੜਾ ਹੈਗਾ ਪੈਰੀਮੀਟਰ ਜਾਂ ਕਹ ਲਓ ਪਰਿਮਾਪ ਵਰਗ ਦਾ ਉਹ ਵੀ ਕਵਰ ਕਰਤਾ। ਸਭ ਤੋਂ ਪਹਿਲਾਂ ਅਸੀਂ ਖੇਤਰਫਲ ਦਿੱਤਾ ਆਪਾਂ ਨੂੰ, ਖੇਤਰਫਲ ਤੋਂ ਅਸੀਂ ਭੁਜਾ ਕੱਢ ਲੈਣੀ ਆ। ਜਦੋਂ ਭੁਜਾ ਨਿਕਲ ਗਈ ਉਸ ਤੋਂ ਬਾਅਦ 4 ਗੁਣਾ ਭੁਜਾ ਵਾਲਾ ਫਾਰਮੂਲਾ ਲਾ ਕੇ ਜਾਂ 8 ਨੂੰ 4 ਵਾਰ ਜੋੜ ਕੇ, ਜਿਸ ਤਰੀਕੇ ਨਾਲ ਵੀ ਤੁਸੀਂ ਕਰ ਸਕਦੇ ਹੋ, ਤੁਸੀਂ ਜੋ ਪਰਿਮਾਪ ਹੈ
ਉਹ ਕੱਢ ਸਕਦੇ ਹੋ ਵਰਗ ਦਾ। ਸੋ ਦਾ ਰਾਈਟ ਆਂਸਰ ਇਜ਼ ਆਪਸ਼ਨ ਬੀ। ਹਾਂਜੀ, ਕੁਐਸਚਨ ਨੰਬਰ 95। ਇਹ ਵੀ ਕੁਐਸਚਨ ਦੇਖੋ ਆਪਣਾ, ਪਹਿਲਾਂ ਤਾਂ ਮੈਂ ਦੱਸ ਦਿਆਂ ਕਿ ਪ੍ਰੀਵੀਅਸ ਈਅਰ ਐਗਜ਼ਾਮ ਦਾ ਕੁਐਸਚਨ ਹੈ। ਸੋ ਜ਼ਿਆਦਾਤਰ ਕੁਐਸਚਨ ਅਸੀਂ ਟੌਪਿਕ ਦੇ ਨਾਲ ਕਵਰ ਕਰ ਰਹੇ ਹਾਂ ਕਿਉਂਕਿ ਪੇਪਰ ਬੜਾ ਨਜ਼ਦੀਕ ਆ ਗਿਆ। ਜੋ ਪ੍ਰੀਵੀਅਸ ਈਅਰ ਐਗਜ਼ਾਮ ਦੇ ਕੁਐਸਚਨ ਹੈ ਉਹੀ ਕਵਰ ਕਰ ਰਹੇ ਹਾਂ। ਸੋ ਦੇਖੋ ਤੁਹਾਨੂੰ ਥਿਊਰੀ ਵੀ ਸਮਝ ਆ ਰਹੀ ਹੈ, ਨਾਲ ਦੀ ਨਾਲ ਜੋ ਤੁਸੀਂ ਪ੍ਰੀਵੀਅਸ ਈਅਰ ਪੇਪਰ ਸੋਲਵ ਕਰਨੇ ਨੇ ਉਹਨਾਂ ਦੇ ਕੁਐਸਚਨ ਵੀ ਕਵਰ ਹੋ ਰਹੇ ਨੇ। ਸੋ ਅ ਸਕੁਅਰ ਐਂਡ ਅ ਰੈਕਟੈਂਗਲ ਹੈਜ਼ ਦਾ ਸੇਮ ਏਰੀਆ। ਕਹਿੰਦੇ ਇੱਕ ਵਰਗ ਹੈ ਫਿਰ ਇੱਕ ਆਇਤ ਹੈ, ਫਿਰ ਦੋਨੋਂ ਚੀਜ਼ਾਂ ਆ ਗਈਆਂ, ਉਹਨਾਂ ਦਾ ਖੇਤਰਫਲ ਬਰਾਬਰ ਹੈ। ਇਫ ਵਨ ਸਾਈਡ ਆਫ ਦਾ ਸਕੁਅਰ ਇਜ਼ 30 ਸੈਂਟੀਮੀਟਰ। ਸਕੁਅਰ ਦੀ ਵਰਗ ਦੀ ਆਪਾਂ ਨੂੰ ਇੱਕ ਭੁਜਾ ਦੇਤੀ ਜੀ, ਠੀਕ ਹੈ, ਇੱਕ ਭੁਜਾ ਦੇਤੀ ਤਾਂ ਸਾਰਿਆਂ ਹੀ ਪਤਾ ਲੱਗ ਗਿਆ ਦਾ ਮਤਲਬ, ਠੀਕ ਹੈ। ਵਰਗ ਦੀ ਇੱਕ ਭੁਜਾ ਦੇਤੀ ਆਪਾਂ ਨੂੰ, ਕਿੰਨੀ ਦੇਤੀ 30 ਸੈਂਟੀਮੀਟਰ। ਦੇਖੋ ਇਸ ਤਰੀਕੇ ਨਾਲ ਵਰਗ ਹੁੰਦਾਗਾ, ਠੀਕ ਹੈ, ਆਪਾਂ ਪਹਿਲਾਂ ਬਣਾ ਕੇ ਆਏ ਆ। ਅਗਰ ਵਰਗ ਦੀ ਇੱਕ ਭੁਜਾ 30 ਹੈ ਤਾਂ ਮੈਨੂੰ ਪਤਾ ਲੱਗ ਗਿਆ ਜੀ ਸਾਰੀਆਂ ਭੁਜਾਵਾਂ ਕਿੰਨੀਆਂ ਹੋਣਗੀਆਂ, 30 ਹੋਣਗੀਆਂ, ਕਿਉਂਕਿ ਵਰਗ ਦੀਆਂ ਸਾਰੀਆਂ ਭੁਜਾਵਾਂ ਕੀ ਹੁੰਦੀਆਂ ਨੇ, ਬਰਾਬਰ ਹੁੰਦੀਆਂ ਨੇ। ਐਂਡ ਦਾ ਲੈਂਥ ਆਫ ਦਾ ਰੈਕਟੈਂਗਲ ਇਜ਼ 36 ਸੈਂਟੀਮੀਟਰ। ਅਤੇ ਆਇਤ ਦੀ ਲੰਬਾਈ, ਠੀਕ ਹੈ, ਇੱਕ ਆਪਾਂ ਨੂੰ ਦੇਤੀ ਆਇਤ ਦੀ ਲੰਬਾਈ, ਆਇਤ ਦੀ ਲੰਬਾਈ, ਚੌੜਾਈ ਨਹੀਂ ਦਿੱਤੀ, ਚੌੜਾਈ ਸ਼ਾਇਦ ਆਪਾਂ ਪਤਾ ਕਰਨੀ ਹੈ। ਆਇਤ ਦੀ ਲੰਬਾਈ ਦੇਤੀ ਆਪਾਂ ਨੂੰ ਕਿੰਨੀ, 36 ਸੈਂਟੀਮੀਟਰ। ਤੇ ਬ੍ਰੈਡਥ ਪਤਾ ਕਰੋ, ਮਤਲਬ ਆਇਤ ਦੀ ਚੌੜਾਈ ਪਤਾ ਕਰੋ। ਤੋ ਦੇਖੋ ਆਇਤ ਦਾ ਜੋ ਖੇਤਰਫਲ ਹੈ, ਅਗਰ ਤੁਸੀਂ ਉਹਦਾ ਫਾਰਮੂਲਾ ਪਤਾ ਹੈ ਤੁਹਾਨੂੰ, ਜੋ ਕਿ ਆਪਾਂ ਪਿੱਛੇ ਲਿਖਿਆ ਹੈਗਾ। ਸੋ ਆਇਤ ਦਾ ਖੇਤਰਫਲ ਦਾ ਫਾਰਮੂਲਾ ਹੁੰਦਾ ਜੀ ਲੰਬਾਈ ਗੁਣਾ ਚੌੜਾਈ। ਆਇਤ ਦਾ ਖੇਤਰਫਲ ਬਰਾਬਰ ਲੰਬਾਈ ਗੁਣਾ ਚੌੜਾਈ, ਇਹ ਫਾਰਮੂਲਾ ਹੁੰਦਾ। ਹੁਣ ਮੇਰੇ ਕੋਲ ਕੱਲੀ ਲੰਬਾਈ ਪਤਾ ਹੈ ਮੈਨੂੰ, ਨਾ ਤਾਂ ਮੈਨੂੰ ਆਇਤ ਦਾ ਖੇਤਰਫਲ ਪਤਾ ਹੈ, ਠੀਕ ਹੈ, ਨਾ ਮੈਨੂੰ ਆਇਤ ਦਾ ਖੇਤਰਫਲ ਪਤਾ ਹੈ, ਅਤੇ ਨਾ ਹੀ ਮੈਨੂੰ ਇਸ ਕੇਸ ਦੇ ਵਿੱਚ ਉਹਦੀ ਚੌੜਾਈ ਪਤਾ ਹੈ। ਚੌੜਾਈ ਤਾਂ ਚਲੋ ਕੱਢਣੀ ਹੈ। ਸੋ ਮੈਨੂੰ ਪਹਿਲਾਂ ਖੇਤਰਫਲ ਪਤਾ ਹੋਣਾ ਚਾਹੀਦਾ, ਫੇਰ ਹੀ ਮੈਂ ਚੌੜਾਈ ਕੱਢ ਸਕਦਾ। ਸੋ ਖੇਤਰਫਲ ਕਿਵੇਂ ਪਤਾ ਕਰ ਸਕਦੇ ਹਾਂ ਆਪਾਂ, ਇੱਕ ਕੰਮ ਕਰਦੇ ਹਾਂ, ਵਰਗ ਦਾ ਖੇਤਰਫਲ ਪਤਾ ਕਰ ਲੈਂਦੇ ਹਾਂ, ਕਿਉਂਕਿ ਵਰਗ ਦੀ ਭੁਜਾ ਆਪਣੇ ਕੋਲ ਹੈਗੀ ਹੈ। ਅਤੇ ਇਹਨਾਂ ਨੇ ਲਿਖਿਆ ਹੋਇਆ ਕਿ ਵਰਗ ਅਤੇ ਆਇਤ ਦਾ ਖੇਤਰਫਲ ਕੀ ਹੈ, ਬਰਾਬਰ ਹੈ। ਸੋ ਵਰਗ ਦਾ ਆਪਾਂ ਕੱਢ ਲੈਂਦੇ ਹਾਂ ਜੀ, ਠੀਕ ਹੈ। ਵਰਗ ਦਾ ਖੇਤਰਫਲ, ਵਰਗ ਦਾ ਖੇਤਰਫਲ ਕੀ ਫਾਰਮੂਲਾ ਸੀਗਾ, ਭੁਜਾ ਗੁਣਾ ਭੁਜਾ। ਵਰਗ ਦਾ ਖੇਤਰਫਲ ਭੁਜਾ ਗੁਣਾ ਭੁਜਾ ਹੁੰਦਾ ਹੈਗਾ, ਠੀਕ ਹੈ। ਸੋ ਵਰਗ ਦੀ ਭੁਜਾ ਆਪਾਂ ਨੂੰ ਕਿੰਨੀ ਦੇ ਰੱਖੀ ਹੈ, 30। ਸੋ 30 ਗੁਣਾ 30। ਸੋ 3 ਦੀ 3 ਨਾਲ ਗੁਣਾ ਕਰ ਦਿਓ, ਤੀਓ ਤੀਓ 9, ਪਿੱਛੇ ਦੋ ਜ਼ੀਰੋਆਂ ਹੀ ਆ ਜਾਣਗੇ, ਕਿੰਨਾ ਆ ਗਿਆ ਜੀ, 900 ਵਰਗ ਸੈਂਟੀਮੀਟਰ ਆ ਗਿਆ। ਹੁਣ ਜਿੰਨਾ ਵਰਗ ਦਾ ਖੇਤਰਫਲ ਹੋਊਗਾ ਉਨਾ ਹੀ ਆਇਤ ਦਾ ਖੇਤਰਫਲ ਹੋਊਗਾ, ਕਿਉਂਕਿ ਦੋਨੇ ਬਰਾਬਰ ਨੇ। ਤਾਂ ਕਰਕੇ ਫਾਰਮੂਲੇ ਦੇ ਵਿੱਚ ਮੈਂ ਆਇਤ ਦਾ ਖੇਤਰਫਲ ਵੀ ਕਿੰਨਾ ਭਰ ਦਿੰਨਾ, 900 ਹੀ ਭਰ ਦਿੰਨਾਗਾ, ਠੀਕ ਹੈ, ਕਿਉਂਕਿ ਉਨੀ ਆਇਤ ਦਾ ਹੋਊਗਾ ਜਿੰਨਾ ਵਰਗ ਦਾ ਆਇਆ। ਲੰਬਾਈ ਆਪਾਂ ਨੂੰ ਪਤਾ ਜੀ 36 ਦਿੱਤੀ ਹੋਈ ਹੈ, ਚੌੜਾਈ ਆਪਾਂ ਪਤਾ ਕਰਨੀ ਹੈ, ਠੀਕ ਹੈ। ਐਨੀ ਕੰਮ ਹੈ। ਹੁਣ ਤੁਸੀਂ 900 ਨੂੰ ਕਿਹਦੇ ਨਾਲ ਭਾਗ ਕਰ ਦਿਓ, 36 ਨਾਲ ਭਾਗ ਕਰ ਦਿਓ, ਤਾਂ ਕੀ ਨਿਕਲ ਆਏਗੀ, ਤੁਹਾਡੀ ਚੌੜਾਈ ਨਿਕਲ ਆਏਗੀ, ਠੀਕ ਹੈ। ਬਸ ਇੰਨਾ ਕੰਮ ਰਹਿ ਗਿਆ ਹੁਣ ਤਾਂ। 900 ਨੂੰ ਕਿਸੇ ਵੀ ਤਰੀਕੇ ਨਾਲ ਤੁਸੀਂ ਕੱਢ ਸਕਦੇ ਹੋ, ਇਹਨੂੰ 36 ਨਾਲ ਭਾਗ ਕਰਨਾਗਾ। ਇਦਾਂ ਵੀ ਕਰ ਸਕਦੇ ਹੋ, ਇਹਨੂੰ ਕੱਟ ਵੀ ਕਰ ਸਕਦੇ ਹੋ, ਠੀਕ ਹੈ। 2 ਦੇ ਟੇਬਲ ਤੇ ਇੱਕ ਵਾਰ ਕੱਟ ਵੀ ਕਰ ਸਕਦੇ ਹੋ, ਤੁਹਾਡੀ ਆਪਣੀ ਮਰਜ਼ੀ ਹੈ ਉਹ। ਸੋ 36 ਏਕਮ 36, 36 ਦੂਣਾ 72 ਆ ਜਾਊਗਾ ਮੇਰੇ ਖਿਆਲ ਨਾਲ, 36 ਦੂਣਾ 72। ਸੋ 2 ਵਾਲਾ ਆਂਸਰ ਆਊਗਾ। ਸੋ ਦੇਖੋ 25 ਆਉਣਾ ਚਾਹੀਦਾ ਆਪਾਂ ਨੂੰ, ਪਹਿਲੀ ਆਈਡੀਆ ਹੋ ਗਿਆ ਇੱਕ ਵਾਰ। ਉਸ ਤੋਂ ਬਾਅਦ ਕਿੰਨਾ ਬਚਿਆ ਇੱਥੋਂ, ਦੇਖੋ 18 ਬਚਿਆ, ਪਿੱਛੇ ਵਾਲੀ ਜ਼ੀਰੋ ਤਾਰ ਲਈ ਆਪਾਂ, ਠੀਕ ਹੈ। ਤਾਂ 36 ਨੂੰ 5 ਨਾਲ ਜਦੋਂ ਵੀ ਤੁਸੀਂ ਗੁਣਾ ਕਰੋਗੇ ਤਾਂ 36 5 ਆ ਤੁਹਾਡਾ 180 ਹੀ ਆਊਗਾ। 6 5 30, 5 30 15 ਤੇ 3 18, ਕਿੰਨਾ ਆ ਗਿਆ ਜੀ, 180 ਆ ਗਿਆ, ਠੀਕ ਹੈ। ਸੋ 36 5 ਆ 180 ਆ ਗਿਆ, ਉੱਤੇ 5 ਆ ਗਿਆ, ਤਾਂ ਕਰਕੇ ਮੇਰੀ ਚੌੜਾਈ ਕਿੰਨੀ ਆ ਗਈ ਜੀ, ਚੌੜਾਈ ਆ ਗਈ ਮੇਰੀ 25 ਸੈਂਟੀਮੀਟਰ। ਕਾਦੀ ਆ ਗਈ, ਚੌੜਾਈ ਆ ਗਈ। ਸੋ ਦੇਖੋ ਆਪਸ਼ਨ ਬੀ ਕੀ ਹੈ ਆਪਣਾ, ਸਹੀ ਆਊਗਾ 25 ਸੈਂਟੀਮੀਟਰ। ਦੇਖੋ ਕੁਐਸਚਨ ਇਸ ਤਰ੍ਹਾਂ ਦੇ ਹੁੰਦੇ ਨੇ ਜੀ, ਸਾਰੇ ਹੀ ਫਾਰਮੂਲੇ ਤੁਹਾਡੇ ਜੱਜ ਹੋ ਜਾਣਗੇ। ਅਗਰ ਤੁਹਾਨੂੰ ਵਰਗ ਜਾਂ ਆਇਤ ਵਾਲਾ ਕੁਐਸਚਨ ਆਇਆ ਤਾਂ ਕੰਬਾਈਨ ਹੋ ਕੇ ਹੀ ਆਊਗਾ, ਜਿਵੇਂ ਇਹ ਵਾਲੇ ਕੁਐਸਚਨ ਪੇਪਰ ਦੇ ਵਿੱਚ ਆਪਾਂ ਨੂੰ ਆਏ ਹੋਏ ਨੇ। ਹਾਂਜੀ, ਨੈਕਸਟ ਕੁਐਸਚਨ ਦੇਖ ਲੈਂਦੇ ਹਾਂ 96। ਸੋ ਕੁਐਸਚਨ ਸੌਖੇ ਵੀ ਆਉਂਦੇ ਨੇ, ਸੋ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ। ਦਾ ਔਡ ਵਨ ਅਮੰਗ ਦਾ ਫੋਲੋਇੰਗ ਇਜ਼, ਹੇਠ ਦਿੱਤਿਆਂ ਵਿੱਚੋਂ ਕਿਹੜਾ ਵਿਲੱਖਣ ਹੈ, ਕਿਹੜਾ ਅਲੱਗ ਹੈ। ਦੇਖੋ ਪਹਿਲੀ ਆਪਸ਼ਨ ਹੈ ਸਕੁਅਰ, ਫਿਰ ਰੈਕਟੈਂਗਲ, ਫਿਰ ਟਰਾਇੰਗਲ, ਫਿਰ ਕਿਊਬ। ਟਰਾਇੰਗਲ ਵੀ ਆਪਾਂ ਪੜ੍ਹ ਚੁੱਕੇ ਹਾਂ, ਸਕੁਅਰ ਵੀ ਆਪਾਂ ਦੇਖ ਲਿਆ, ਰੈਕਟੈਂਗਲ ਵੀ ਦੇਖ ਰਹੇ ਹਾਂ। ਸੋ ਕਿਊਬ, ਵੈਸੇ ਕਿਊਬ ਨੂੰ ਘਨ ਦੇ ਵਿੱਚ ਪੜ੍ਹਿਆ ਹੈਗਾ, ਪਰ ਇਹਨੂੰ ਡਿਟੇਲ ਦੇ ਵਿੱਚ ਇਹਦੇ ਫਾਰਮੂਲੇ ਵਗੈਰਾ ਆਪਾਂ ਪੜਾਂਗੇ। ਸੋ ਇਹਨਾਂ ਨੇ ਪੁੱਛਿਆ ਕਿਹੜਾ ਅਲੱਗ ਹੈ ਜੀ। ਸੋ ਜੋ ਪਹਿਲੇ 3 ਆ ਗਏ ਨਾ, ਜੋ ਮੇਰੇ ਕੋਲ ਇਹ ਪਹਿਲੇ 3 ਆ ਗਏ, ਉਹ ਸਾਰੇ 2 ਡਾਇਮੈਂਸ਼ਨਲ ਨੇ ਜੀ, ਠੀਕ ਹੈ। 2 ਪਸਾਰੀ ਆਕ੍ਰਿਤੀਆਂ ਨੇ, ਉਹ 2 ਡਾਇਮੈਂਸ਼ਨਲ ਨੇ ਉਹ। ਪਰ ਜਿਹੜਾ ਕਿਊਬ ਹੈ ਨਾ, ਆਪਾਂ ਅੱਗੇ ਵੀ ਪੜਾਂਗੇ, ਵੈਸੇ ਤੁਹਾਨੂੰ ਪਤਾ ਹੀ ਹੈ, ਜੋ ਘਣ ਹੁੰਦਾ ਜੀ ਉਹਦੇ ਵਿੱਚ ਲੈਂਥ, ਬ੍ਰੈਡਥ, ਹਾਈਟ ਸਭ ਕੁਝ ਆ ਜਾਂਦਾ ਹੈ। ਕੀ ਆ ਗਿਆ ਆਪਣਾ, 3D ਆ ਗਿਆ, ਮਤਲਬ 3 ਡਾਇਮੈਂਸ਼ਨਲ ਫਿਗਰ ਆ ਗਈ ਇਹ। ਤਾਂ ਕਰਕੇ ਇਹਨਾਂ ਨੇ ਪੁੱਛਿਆ ਕਿ ਕਿਹੜਾ ਅਲੱਗ ਹੈ ਇਹਨਾਂ ਦੇ ਵਿੱਚੋਂ, ਤਾਂ ਕਿਹੜਾ ਅਲੱਗ ਹੋਊਗਾ, ਬੜਾ ਹੀ ਸਿੰਪਲ ਜਿਹਾ ਕੁਐਸਚਨ ਸੀਗਾ ਇਹ। ਤਾਂ ਆਪਸ਼ਨ ਡੀ ਆਪਣਾ ਇੱਥੇ ਕੀ ਆਊਗਾ, ਰਾਈਟ ਆਂਸਰ ਆਊਗਾ। ਹਾਂਜੀ, ਨੈਕਸਟ ਆਪਾਂ ਦੇਖ ਲੈਂਦੇ ਹਾਂ ਕੁਐਸਚਨ ਨੰਬਰ 97।
A circle having perimeter 44 centimeter will have the area। ਸੋ ਇੱਥੇ ਗੱਲ ਕੀਤੀ ਜਾ ਰਹੀ ਹੈ ਚੱਕਰ ਦੀ, ਜਿਸ ਦਾ ਪਰਿਮਾਪ ਜਿਹੜਾ ਹੈਗਾ ਉਹ 44 ਸੈਂਟੀਮੀਟਰ ਹੈ, ਤਾਂ ਉਹਦਾ ਖੇਤਰਫਲ ਕੀ ਹੋਵੇਗਾ। ਦੇਖੋ ਉਹੀ ਦੋਨੋਂ ਚੀਜ਼ਾਂ ਮਿਕਸ ਕਰਨੀਆਂ, ਪਰਿਮਾਪ ਵੀ ਆ ਗਿਆ, ਖੇਤਰਫਲ ਵੀ ਆ ਗਿਆ। ਸੋ ਆਪਾਂ ਦੋਨੇ ਫਾਰਮੂਲੇ ਕੀਤੇ ਹੋਏ ਨੇ। ਸੋ ਜਿੱਥੇ ਗੱਲ ਆਉਂਦੀ ਹੈ ਜੀ ਚੱਕਰ ਦੀ, ਤਾਂ ਚੱਕਰ ਦਾ ਪਰਿਮਾਪ, ਚੱਕਰ ਦਾ ਜੋ ਪਰਿਮਾਪ ਹੁੰਦਾ ਹੈਗਾ ਉਹਦਾ ਫਾਰਮੂਲਾ ਹੁੰਦਾ ਹੈਗਾ 2 ਪਾਈ ਆਰ, 2 ਪਾਈ ਆਰ। ਠੀਕ ਹੈ, ਆਪਾਂ ਡਿਸਕਸ ਕੀਤਾ ਹੋਇਆ ਹੈਗਾ। ਸੋ ਅਗਰ ਇਹਨਾਂ ਨੇ ਪੁੱਛਿਆ ਕਿ ਉਹਦਾ ਖੇਤਰਫਲ ਕੱਢੋ, ਸੋ ਚੱਕਰ ਦੇ ਖੇਤਰਫਲ ਦਾ ਫਾਰਮੂਲਾ ਕੀ ਹੁੰਦਾ, ਪਹਿਲਾਂ ਆਪਾਂ ਉਹ ਵੀ ਲਿਖ ਲੈਂਦੇ ਆ। ਚੱਕਰ ਦੇ ਖੇਤਰਫਲ ਦਾ ਫਾਰਮੂਲਾ ਹੁੰਦਾ ਜੀ ਪਾਈ ਆਰ ਦੀ ਪਾਵਰ 2, ਪਾਈ ਆਰ ਦੀ ਪਾਵਰ 2। ਸੋ ਦੇਖੋ ਆਰ ਇੱਥੇ ਅਰਧ ਵਿਆਸ ਹੈ, ਉਹਦਾ ਮੁੱਲ ਆਪਾਂ ਨੂੰ ਨਹੀਂ ਪਤਾ, ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਆਰ ਕੱਢਣਾ ਪੈਣਾ, ਤੇ ਆਰ ਨਿਕਲੂਗਾ ਉੱਪਰਲੇ ਫਾਰਮੂਲੇ ਦੇ ਵਿੱਚੋਂ। ਸੋ ਚੱਕਰ ਦਾ ਪਰਿਮਾਪ ਆਪਾਂ ਨੂੰ ਦਿੱਤਾ ਹੋਇਆ 44 ਬਰਾਬਰ 2 ਗੁਣਾ ਪਾਈ ਦਾ ਮੁੱਲ ਕਿੰਨਾ ਜੀ 22/7 ਗੁਣਾ ਆਰ। ਸੋ ਇਥੋਂ ਆਰ ਨਿਕਲ ਜੂਗਾ, ਕਿਉਂਕਿ ਜੋ 7 ਹੈ ਦੇਖੋ ਇਹਨੂੰ ਬ੍ਰੈਕਟ ਦੇ ਖੱਬੇ ਪਾਸੇ 44 ਵਾਲੀ ਸਾਈਡ ਲੈ ਜਾਓ ਤਾਂ ਉੱਤੇ ਜਾ ਕੇ ਮਲਟੀਪਲਾਈ ਹੋ ਜਾਊਗਾ। ਤੇ ਇਹ ਜੋ 22 ਗੁਣਾ 2, 22 ਗੁਣਾ 2 ਕਿੰਨਾ ਬਣ ਗਿਆ 44। ਠੀਕ ਹੈ, ਜਾਂ ਇਦਾਂ ਮੰਨੋ ਕਿ 2 ਗੁਣਾ 22 ਕਿੱਥੇ ਆ ਗਿਆ ਜੀ, ਨੀਚੇ ਆ ਗਿਆ। ਇਦਾਂ ਮੰਨੋ 2 ਗੁਣਾ 22 ਨੀਚੇ ਆ ਗਿਆ ਤੇ ਉਧਰ ਕੱਲਾ ਆਰ ਰਹਿ ਗਿਆ। ਹੁਣ ਇਹਨੂੰ ਕੱਟ ਦਿਓ, 22 ਦੂਣਾ 44। ਠੀਕ ਹੈ, 2 ਨਾਲ 2 ਕੱਟਿਆ ਗਿਆ, ਤਾਂ ਸਿੰਪਲ ਮੇਰੇ ਕੋਲ ਇੱਥੇ ਕਿੰਨਾ ਬਚਿਆ 7 ਬਚਿਆ, ਮੇਰੇ ਕੋਲ ਸਿੰਪਲ ਬਚਿਆ 7। ਸੋ ਆਰ ਦਾ ਮੁੱਲ ਕਿੰਨਾ ਆ ਗਿਆ 7 ਸੈਂਟੀਮੀਟਰ। ਸੋ ਹੁਣ ਚੱਕਰ ਦਾ ਖੇਤਰਫਲ ਆਪਾਂ ਕੱਢ ਲੈਂਦੇ ਆ, ਪਾਈ ਗੁਣਾ ਆਰ ਦੀ ਪਾਵਰ 2 ਲਾ ਕੇ। ਠੀਕ ਹੈ, ਤੁਸੀਂ ਆਰਾਮ ਨਾਲ ਈਜ਼ੀਲੀ ਕੈਲਕੂਲੇਟ ਕਰ ਸਕਦੇ ਹੋ। ਹੁਣ 22/7 ਗੁਣਾ ਆਰ ਦੀ 2, ਮਤਲਬ ਆਰ ਗੁਣਾ ਆਰ ਜਾ ਕੇ ਲੋ 7 ਗੁਣਾ 7 ਆ ਗਿਆ। ਠੀਕ ਹੈ, ਉਸ ਤੋਂ ਬਾਅਦ 22 7 ਕਿੰਨਾ ਆ ਗਿਆ ਜੀ 154। 7 ਨਾਲ 7 ਕੈਂਸਲ ਹੋਣ ਤੋਂ ਬਾਅਦ 22 7 154 ਵਰਗ ਸੈਂਟੀਮੀਟਰ। ਸੋ ਇਹਨਾਂ ਆਪਣਾ ਖੇਤਰਫਲ ਆਉਂਦਾ, ਦੇਖ ਲਓ 154 ਆਪਸ਼ਨ ਹੈਗੀ ਆ। ਸੋ ਪਹਿਲੀ ਵੀ ਨਹੀਂ ਹੈਗੀ, ਸੈਕੰਡ ਵੀ ਨਹੀਂ, ਥਰਡ ਵੀ ਨਹੀਂ, ਫੋਰਥ ਵੀ ਨਹੀਂ। ਸੋ ਕਈ ਵਾਰ ਸਾਨੂੰ ਲੱਗਦਾ ਕਿ ਸਾਡਾ ਆਨਸਰ ਨਹੀਂ ਆਇਆ, ਪਰ ਇੱਥੇ ਤੁਸੀਂ ਇਕਾਈਆਂ ਦੇਖੋ ਜੀ, ਇਹ ਵਰਗ ਮੀਟਰ ਦੇ ਵਿੱਚ ਨੇ, ਇਹ ਵਾਲੀਆਂ ਇਕਾਈਆਂ ਵਰਗ ਮੀਟਰ ਦੇ ਵਿੱਚ ਨੇ, ਤਾਂ ਕਰਕੇ ਜੋ ਰਾਈਟ ਆਨਸਰ ਹੈ ਉਹ ਆਪਣਾ ਮੈਚ ਨਹੀਂ ਹੋ ਰਿਹਾ 154। ਸੋ 154 ਵਰਗ ਸੈਂਟੀਮੀਟਰ ਨੂੰ ਪਹਿਲਾਂ ਮੀਟਰ 'ਚ ਬਦਲੋ, ਤਾਂ ਉਹ ਮੀਟਰ 'ਚ ਕਿਵੇਂ ਬਦਲੋਗੇ, ਜਿੱਥੇ ਸੈਂਟੀ ਹੈ ਇੱਥੇ ਮੈਂ ਲਿਖ ਦਿੰਦਾ ਦੁਬਾਰਾ 154। ਠੀਕ ਹੈ, ਸੈਂਟੀਮੀਟਰ ਦੀ ਪਾਵਰ 2, ਜਿੱਥੇ ਸੀ ਹੈ ਨਾ ਇਹਦਾ ਮਤਲਬ ਸੈਂਟੀਮੀਟਰ ਹੈ, ਉੱਥੇ ਤੁਹਾਨੂੰ ਮੁੱਲ ਭਰਨਾ ਪਊਗਾ 10 ਦੀ ਪਾਵਰ -2। ਠੀਕ ਹੈ, ਜੋ ਕਿ ਸੈਂਟੀ ਦਾ ਮੁੱਲ ਹੈਗਾ ਸੈਂਟੀਮੀਟਰ ਦਾ -2। ਜਿਵੇਂ 1 ਮੀਟਰ 'ਚ 100 ਸੈਂਟੀਮੀਟਰ ਹੁੰਦੇ ਆ ਨਾ, ਉਸੇ ਤਰੀਕੇ ਨਾਲ 1 ਸੈਂਟੀਮੀਟਰ 'ਚ ਕਿੰਨੇ ਮੀਟਰ ਹੋਣਗੇ 1/100। ਤੇ 1/100 ਨੂੰ 1/100 ਨੂੰ ਤੁਸੀਂ 10 ਦੀ ਪਾਵਰ -2 ਵੀ ਲਿਖ ਸਕਦੇ ਹੋ ਇਸ ਤਰੀਕੇ ਨਾਲ। ਸੋ -2 ਉੱਪਰ ਪਾਵਰ 2 ਆ ਗਿਆ। ਸੋ ਇਹਨੂੰ ਫਰਦਰ ਸੋਲਵ ਕਰੋਗੇ 154, ਤਾਂ ਇਹ ਬਣ ਜਾਊਗਾ ਤੁਹਾਡਾ, ਦੇਖੋ ਇੱਥੇ ਕੱਲੇ ਕੱਲੇ ਨੂੰ ਵਰਗ ਦੇ ਦਿਓ, ਹੁਣ ਮੀਟਰ ਤੇ ਵੀ 2 ਆ ਜਾਊਗਾ, 10 ਦੀ ਪਾਵਰ -2 ਤੇ ਵੀ ਕੀ ਆ ਜਾਊਗਾ 2 ਆ ਜਾਊਗਾ, ਗੁਣਾ 10 ਦੀ ਪਾਵਰ -2। ਠੀਕ ਹੈ, ਇਹਦੇ ਉੱਪਰ ਵੀ 2 ਲਿਖ ਦਿਓ ਇਸ ਤਰੀਕੇ ਨਾਲ, ਮੀਟਰ ਤੇ ਵੀ 2 ਲਿਖ ਦਿਓ। ਹੁਣ ਕਿੰਨਾ ਬਣ ਗਿਆ ਦੇਖੋ 154 ਗੁਣਾ, ਤਾਂ 2 ਦੂਣੀ 4, ਸੋ 10 ਦੀ ਪਾਵਰ -4 ਆ ਗਿਆ ਇਹ 154 ਗੁਣਾ 10 ਦੀ ਪਾਵਰ -4। ਸੋ ਇਹਨੂੰ ਕਿਸੇ ਵੀ ਤਰੀਕੇ ਨਾਲ ਤੁਸੀਂ ਹੁਣ ਜਿਹੜਾ ਹੈਗਾ ਫਰਦਰ ਕੈਲਕੂਲੇਟ ਕਰ ਸਕਦੇ ਹੋ, ਜਿਵੇਂ ਮੈਂ ਲਿਖ ਦਿੰਦਾ 154। ਠੀਕ ਹੈ, ਬਟਾ ਜਦੋਂ ਇਹ 10 ਦੀ ਪਾਵਰ 4 ਉੱਪਰ ਘਟਾਓ ਦਾ, ਤਾਂ ਥੱਲੇ ਆ ਕੇ ਕਾਹਦਾ ਹੋ ਜਾਊਗਾ ਜੋੜ ਦਾ ਹੋ ਜਾਊਗਾ। ਠੀਕ ਹੈ, 10 ਦੀ ਜੋ ਘਾਤ ਹੈ ਨਾ ਉਹ ਜੋੜ ਦੀ ਹੋ ਜੂ, ਜਦੋਂ ਉੱਤੋਂ ਥੱਲੇ ਆਉਣੇ ਆਪਾਂ ਆ ਚੀਜ਼ਾਂ ਨੂੰ ਲੈ ਕੇ ਤਾਂ ਜੋੜ ਦੀ ਹੋਗੀ। ਇਸ ਤੋਂ ਬਾਅਦ 154 ਬਟਾ 10 ਦੀ ਪਾਵਰ 4, ਮਤਲਬ 10 ਨੂੰ ਜਦੋਂ 4 ਵਾਰ ਆਪਸ ਚ ਗੁਣਾ ਕਰੋਗੇ ਤਾਂ ਉਹ ਬਣ ਜੂਗਾ ਤੁਹਾਡਾ 10,000। ਹੁਣ ਉਸ ਤੋਂ ਬਾਅਦ 4 ਪਿੱਛੇ ਦੇਖੋ ਕਿੰਨੀਆਂ ਜ਼ੀਰੋ ਨੇ, 1 ਦੇ 4, ਤਾਂ ਇਧਰੋਂ 4 ਅੰਕ ਛੱਡ ਕੇ ਪੁਆਇੰਟ ਲਾ ਦਿਓ, 1 2 3, ਇਹ ਤਾਂ ਤਿੰਨ ਹੀ ਅੰਕ ਨੇ 154 ਦੇ ਵਿੱਚ। ਸੋ ਇਹਦਾ ਮਤਲਬ ਇੱਕ ਜ਼ੀਰੋ ਆਪ ਲਾਓ ਅੱਗੇ। ਠੀਕ ਹੈ, 1 2 3, ਇਹ ਤਾਂ 3 ਅੰਕ ਨੇ, ਇੱਕ ਜ਼ੀਰੋ ਆਪ ਅੱਗੇ ਲਾਵਾਂਗੇ। ਹੁਣ ਇੱਕ ਪੁਆਇੰਟ ਲੱਗੂਗਾ ਅੱਗੇ, ਉਸ ਪੁਆਇੰਟ ਦੇ ਜ਼ੀਰੋ ਆਪਦੇ ਆਪ ਆ ਜਾਊਗੀ। ਸੋ ਕਿੰਨਾ ਬਣ ਜੂਗਾ ਇਹ ਵਰਗ ਮੀਟਰ ਦੇ ਵਿੱਚ 0.0154, 0.0154 ਵਰਗ ਮੀਟਰ। ਸੋ ਆਪਸ਼ਨ ਏ ਆਪਣਾ ਸਹੀ ਆਊਗਾ। ਸੋ ਅਗਰ ਕੁਝ ਸਟੂਡੈਂਟ ਨੂੰ ਹਲੇ ਥੋੜਾ ਕਨਫਿਊਜ਼ਨ ਲੱਗਿਆ, ਕਿਉਂਕਿ ਥੋੜਾ ਅਗਲਾ ਕੰਸੈਪਟ ਆ ਗਿਆ ਸੀ, ਯੂਨਿਟਾਂ ਨੂੰ ਬਦਲਣ ਦਾ ਕੰਸੈਪਟ ਆ ਗਿਆ ਸੀ, ਤਾਂ ਤੁਸੀਂ ਇੱਕ ਗੱਲ ਯਾਦ ਰੱਖਿਓ, ਜਦੋਂ ਵੀ ਆਪਾਂ ਨੂੰ ਸੈਂਟੀਮੀਟਰ ਦੇ ਵਿੱਚ ਦਿੱਤਾ ਹੋਇਆ, ਆਪਾਂ ਉਹਨੂੰ ਵਰਗ ਮੀਟਰ ਦੇ ਵਿੱਚ ਬਣਾਉਣਾਗਾ ਹਨਾ ਖੇਤਰਫਲ ਨੂੰ, ਤਾਂ ਜੋ ਵੀ ਉੱਪਰ ਦਿੱਤਾ ਹੋਇਆ ਵਰਗ ਸੈਂਟੀਮੀਟਰ ਦੇ ਵਿੱਚ ਉਹਨੂੰ 10,000 ਨਾਲ ਭਾਗ ਕਰ ਦਿਓ, 10,000 ਨਾਲ ਭਾਗ ਕਰ ਦਿਓ, ਤਾਂ ਜਿੰਨਾ ਵੀ ਅੱਗੇ ਪੁਆਇੰਟ ਦੇ ਵਿੱਚ ਆਊਗਾ ਉਹੀ ਤੁਹਾਡਾ ਆਨਸਰ ਆਊਗਾ। ਸੋ ਦਾ ਰਾਈਟ ਆਨਸਰ ਫॉर क्वेश्चन ਨੰਬਰ 97 ਇਜ਼ ਆਪਸ਼ਨ ਏ। ਹਾਂਜੀ, क्वेश्चन नंबर 98, a rectangle has a perimeter of 72 centimeter. If its length is 20 centimeter, the area of the rectangle in square centimeter is। ਫਿਰ ਉਹੀ ਆਇਤ ਦੇਤੀ ਆਪਾਂ ਨੂੰ, ਦੇਖੋ ਇੱਥੇ ਆਇਤ ਨਹੀਂ ਪਾਇਆ ਇਹਨਾਂ ਨੇ ਸਹੀ ਹੈ ਨਾ, ਕਿਉਂਕਿ ਇਹ ਪੇਪਰ ਵਾਲੀ ਕੁਐਸਚਨ ਮੈਂ ਐਜ਼ ਇਟ ਹੀ ਉਠਾਇਆ ਹੋਇਆ, ਤਾਂ ਕਈ ਵਾਰ ਟਾਈਪਿੰਗ ਮਿਸਟੇਕ ਹੁੰਦੀ ਹੈ ਪੇਪਰ ਦੇ ਵਿੱਚ।
ਸੋ ਇਹਨੂੰ ਆਪਾਂ ਜਨਰਲ ਵੇ ਦੇ ਨਾਲ ਵੀ ਸਮਝ ਸਕਦੇ ਹਾਂ। ਦੇਖੋ ਜਿਵੇਂ ਮੈਂ ਇੱਕ ਇੱਥੇ ਆਇਤ ਬਣਾਉਣ ਦੀ ਕੋਸ਼ਿਸ਼ ਕਰਦਾ, ਤਾਂ ਇੱਕ ਆਇਤ ਬਣਾਈ ਹੈ, ਇਹਦਾ ਪਰਿਮਾਪ ਦੇ ਰੱਖਿਆ ਆਪਾਂ ਨੂੰ, ਆਇਤ ਦਾ ਪਰਿਮਾਪ ਆਪਾਂ ਨੂੰ ਦੇ ਰੱਖਿਆ ਜੀ, ਆਇਤ ਦਾ ਪਰਿਮਾਪ। ਸੋ ਇਹ ਕਿੰਨਾ ਦੇ ਰੱਖਿਆ ਆਪਾਂ ਨੂੰ, 72 cm ਸੈਂਟੀਮੀਟਰ। ਸੋ ਇਹਦੀ ਲੈਂਥ ਵੀ ਆਪਾਂ ਨੂੰ ਦੇ ਰੱਖੀ ਹੈ, ਲੰਬਾਈ। ਸੋ ਲੰਬਾਈ ਵੀ ਆਪਾਂ ਨੂੰ ਦਿੱਤੀ ਹੋਈ ਹੈ ਇਹਦੀ, ਕਿੰਨੀ ਦਿੱਤੀ ਹੈ ਉਹ, 20 ਸੈਂਟੀਮੀਟਰ। ਸੋ ਦੇਖੋ ਮੰਨ ਲਓ ਆਹ ਲੰਬਾਈ ਹੈ, ਠੀਕ ਹੈ, ਇਹ ਲੰਬਾਈ 20 ਆ ਗਈ, ਤਾਂ ਇਹਦੇ ਸਾਹਮਣੇ ਵਾਲੀ ਭੁਜਾ ਵੀ ਕਿੰਨੀ ਆਊਗੀ, 20 ਆਊ, ਆਪਾਂ ਨੂੰ ਪਤਾ ਹੈ। ਤਾਂ ਏਰੀਆ ਕੱਢਣਾ ਆਪਾਂ, ਹਨਾ, ਆਇਤ ਦਾ ਖੇਤਰਫਲ, ਆਇਤ ਦਾ ਖੇਤਰਫਲ, ਏਰੀਆ ਦਾ ਮਤਲਬ ਖੇਤਰਫਲ ਕੱਢਣਾ। ਤਾਂ ਖੇਤਰਫਲ ਦਾ ਫਾਰਮੂਲਾ ਹੁੰਦਾ ਜੀ ਲੰਬਾਈ ਗੁਣਾ ਚੌੜਾਈ, ਸੇਮ ਫਾਰਮੂਲਾ ਰਹੂਗਾ, ਲੰਬਾਈ ਮਲਟੀਪਲਾਈ ਬਾਈ ਚੌੜਾਈ। ਸੋ ਆਪਾਂ ਨੂੰ ਸਭ ਤੋਂ ਪਹਿਲਾਂ ਤਾਂ ਚੌੜਾਈ ਚਾਹੀਦੀ ਹੈ ਜੇ ਆਪਾਂ ਖੇਤਰਫਲ ਕੱਢਣਾ, ਕਿਉਂਕਿ ਕੱਲੀ ਲੰਬਾਈ ਆਪਾਂ ਨੂੰ ਪਤਾ ਹੈ। ਤਾਂ ਦੇਖੋ ਚੌੜਾਈ ਕਿਵੇਂ ਕੱਢ ਸਕਦੇ ਹਾਂ, ਤੁਸੀਂ ਫਾਰਮੂਲਾ ਵੀ ਲਾ ਸਕਦੇ ਹੋ, ਪਰ ਮੈਂ ਵਿਦਆਊਟ ਫਾਰਮੂਲਾ ਇੱਥੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦਾ। ਫਾਰਮੂਲਾ ਤੁਸੀਂ ਆਪਣੇ ਆਪ ਲਾ ਕੇ ਦੇਖ ਸਕਦੇ ਹੋ, ਆਇਤ ਦੇ ਪਰਿਮਾਪ ਦਾ 2 ਗੁਣਾ a ਜੋੜ b, ਹਨਾ, ਉੱਥੋਂ b ਕੱਢ ਲਿਓ, ਠੀਕ ਹੈ, ਉਹੀ b ਤੁਹਾਡੀ ਚੌੜਾਈ ਹੋਊਗੀ। ਪਰ ਮੈਂ ਜਨਰਲ ਵੀ ਸਮਝਾ ਦੇਣਾ ਕਿ ਕਈ ਵਾਰ ਕੁਐਸਚਨ ਜਨਰਲ ਵੀ ਤੁਸੀਂ ਸੋਲਵ ਕਰ ਸਕਦੇ ਹੋ। ਜਿਵੇਂ ਟੋਟਲ ਪਰਿਮਾਪ 72 ਹੈ, ਤਾਂ ਲੰਬਾਈ b ਜੋੜ b ਕਿੰਨਾ ਹੋ ਗਿਆ ਜੀ, 40 ਹੋ ਗਿਆ ਸਿੱਧਾ, ਹਨਾ। ਤਾਂ ਹੁਣ 72 ਚੋਂ 40 ਘਟਾ ਦਿਓ, ਇਹਦਾ ਮਤਲਬ ਚੌੜਾਈ ਵਾਲੀ ਸਾਈਡ ਨੂੰ ਕਿੰਨਾ ਮਿਲੂਗਾ, ਹਿੱਸਾ 32 ਮਿਲੂਗਾ। ਹੁਣ 32 ਜੇ ਕੁੱਲ ਹੈ, ਮਤਲਬ ਆਹ ਅਤੇ ਆਹ ਮਿਲਾ ਕੇ, ਜਿਵੇਂ 20 ਤੇ 20 ਮਿਲਾ ਕੇ 40 ਹੈ, ਤਾਂ ਆਹ ਤੇ ਆਹ ਮਿਲਾ ਕੇ ਕਿੰਨਾ ਹੋ ਜਾਊਗਾ, 32। ਤੇ 32 ਨੂੰ 2 ਨਾਲ ਭਾਗ ਕਰ ਦਿਓ, 32 ਨੂੰ 2 ਨਾਲ ਭਾਗ ਕਰ ਦਿਓ, ਕਿਉਂਕਿ 2 ਲੈਣਾ ਨੇ, ਤੇ ਕਿੰਨਾ ਆ ਗਿਆ, 16। ਇਹਦਾ ਮਤਲਬ ਆ ਵੀ 16 ਆਊਗੀ, ਆ ਵੀ 16 ਆਊਗੀ, ਠੀਕ ਹੈ। ਇਸ ਤਰੀਕੇ ਨਾਲ ਵਿਦਆਊਟ ਫਾਰਮੂਲਾ ਵੀ ਤੁਸੀਂ ਕਰ ਸਕਦੇ ਹੋ, ਫਾਰਮੂਲੇ ਨਾਲ ਵੀ 16 ਹੀ ਆਊਗਾ। ਸੋ 16 16 32 20 40 72, ਉਹੀ ਪਰਿਮਾਪ ਹੋ ਗਿਆ ਸਾਡਾ 72। ਹੁਣ ਸਾਨੂੰ ਚੌੜਾਈ ਵੀ ਪਤਾ ਹੈ, ਲੰਬਾਈ ਵੀ ਪਤਾ ਹੈ, ਜਸਟ ਗੁਣਾ ਕਰਨੀ ਹੈ ਅਸੀਂ, 20 ਗੁਣਾ 16। ਸੋ 16 ਦੀ 2 ਨਾਲ ਗੁਣਾ ਕਰ ਦਿਓ, 16 ਦੂਣਾ 32, ਪਿੱਛੇ ਇੱਕ 0 ਆ ਗਈ, ਤਾਂ ਕਿੰਨਾ ਆਨਸਰ ਆ ਗਿਆ, 320। ਤੇ ਕਾਦੇ ਵਿੱਚ ਆਇਆ, ਇੱਥੇ ਯੂਨਿਟਾਂ ਚੇਂਜ ਨਹੀਂ ਕਰਨੀ ਆਪਾਂ, ਕਿਉਂਕਿ ਸਭ ਕੁਝ ਆਪਾਂ ਨੂੰ ਸੈਂਟੀਮੀਟਰ ਦੇ ਵਿੱਚ ਦਿੱਤਾ ਹੋਇਆ ਉੱਪਰ ਦੇਖੋ। ਅਤੇ ਆਪਾਂ ਜੋ ਏਰੀਆ ਕੱਢਣਾ ਉਹ ਵੀ ਕਾਦੇ ਵਿੱਚ ਕੱਢਣਾ ਜੀ, ਸਕੁਅਰ ਸੈਂਟੀਮੀਟਰ ਦੇ ਵਿੱਚ, ਮਤਲਬ ਸੈਂਟੀਮੀਟਰ ਦੇ ਵਿੱਚ। ਤਾਂ ਕਰਕੇ ਆਪਣਾ ਰਾਈਟ ਆਨਸਰ ਇੱਥੇ ਕਿੰਨਾ ਆਊਗਾ, 320 ਆਊਗਾ ਜੀ। ਸੋ ਆਪਸ਼ਨ ਬੀ ਜਿਹੜਾ ਸਹੀ ਹੈ ਕੁਐਸਚਨ ਨੰਬਰ 98 ਦੇ ਲਈ। ਸੋ ਬੜੀ ਇੰਪੋਰਟੈਂਟ ਕਲਾਸ ਸੀ। ਅਗਰ ਤੁਹਾਨੂੰ ਪਰਿਮਾਪ ਦੇ ਵਿੱਚੋਂ, ਖੇਤਰਫਲ ਦੇ ਵਿੱਚੋਂ ਕੁਐਸਚਨ ਪੁੱਛਣਗੇ, ਤਾਂ ਉਹ ਕੁਐਸਚਨ ਇਸ ਤਰ੍ਹਾਂ ਦੇ ਹੀ ਹੋਣਗੇ ਜਿਵੇਂ ਆਪਾਂ ਡਿਸਕਸ ਕੀਤੇ ਨੇ। ਸੋ ਚੱਕਰ, ਚੱਕਰ ਤੋਂ ਬਾਅਦ ਆਪਾਂ ਆਇਤ ਤੇ ਵਰਗ ਡਿਸਕਸ ਕਰ ਲਿਆ। ਬਾਕੀ ਕਲਾਸਿਸ ਦੇ ਵਿੱਚ ਆਪਾਂ ਘਨ ਤੇ ਘਨਾਭ ਬਾਰੇ, ਜਾਂ ਕਹ ਲਓ ਚਤੁਰਭੁਜ, ਸਮਮਿਤ ਚਤੁਰਭੁਜ, ਸਮਾਂਤਰ ਚਤੁਰਭੁਜ, ਕਈ ਟਾਈਪ ਹੁੰਦੇ ਨੇ। ਸੋ ਉਹਨਾਂ ਦਾ ਵੀ ਆਪਾਂ ਪਰਿਮਾਪ ਤੇ ਖੇਤਰਫਲ ਵਗੈਰਾ ਕੱਢਣ ਦੀ ਕੋਸ਼ਿਸ਼ ਕਰਾਂਗੇ। ਸੋ ਹੋਪਫੁਲੀ ਅਗਰ ਤੁਹਾਨੂੰ ਇਹ ਕਲਾਸ ਵਧੀਆ ਲੱਗੀ, ਜਰੂਰ ਵੀਡੀਓ ਨੂੰ ਲਾਈਕ ਕਰੋ, ਐਂਡ ਇਸ ਫ੍ਰੀ ਐਜੂਕੇਸ਼ਨ ਨੂੰ ਆਪਣੇ ਵੱਧ ਤੋਂ ਵੱਧ ਸਾਥੀਆਂ ਤੱਕ, ਵੱਧ ਤੋਂ ਵੱਧ ਗਰੁੱਪਸ ਦੇ ਵਿੱਚ ਜਰੂਰ ਸ਼ੇਅਰ ਕਰੋ ਜੀ। ਐਂਡ ਪੇਪਰ ਕਾਫੀ ਨਜ਼ਦੀਕ ਆ ਚੁੱਕਾ, ਜੋ ਆਪਣੀ ਤਿਆਰੀ ਹੈ ਤੁਸੀਂ ਵੀ ਐਗਜ਼ਾਮ ਦੀ, ਉਹਨੂੰ ਵੀ ਪ੍ਰੋਪਰ ਵੇ ਨਾਲ ਖਿੱਚ ਕੇ ਰੱਖੋ। ਸੋ ਇਨਫ ਸੀ ਅੱਜ ਦੇ ਲਈ। ਸੋ ਦੈਟਸ ਆਲ ਫॉर ਟੂਡੇ। ਸੋ ਥੈਂਕ ਯੂ ਜੀ, ਥੈਂਕ ਯੂ ਸੋ ਮਚ ਫॉर ਵਾਚਿੰਗ।